ਗੱਲਾਂ ਜਾਂ ਲੋਕਾਂ ਸਾਹਮਣੇ ਬੋਲੀਆਂ ਜਾਣਗੀਆਂ। ਇੱਕ ਚਰਚਾ ਬਹੁਤ ਛਿੜੀ ਹੋਈ ਆ, ਕੱਲ ਪਰਸੋਂ ਦੀ ਇੱਕ ਨਿਊਜ਼ ਪਬਲਿਸ਼ ਹੋਈ ਆ, ਉਹਦੇ 'ਚ ਕਹਿੰਦੇ ਆ ਵੀ ਇਹਨਾਂ ਨੇ ਤਾਂ ਸ਼ਾਇਦ ਕੇਜਰੀਵਾਲ ਦੀਆਂ ਸਕੀਮਾਂ ਨੂੰ ਵੀ ਫੇਲ ਕਰਤਾ ਕੈਪਟਨ ਅਮਰਿੰਦਰ ਸਿੰਘ ਨੇ। ਬਿੱਲ ਦੀ ਗੱਲ ਚੱਲਦੀ ਆ, ਮੌਜੂਦਾ ਵਿਧਾਇਕਾਂ ਦੇ ਏਸੀ ਦੇਖੇ ਆ, ਲੋਕ ਦੱਸਦੇ ਆ, ਮੈਂ ਤਾਂ ਕਦੇ ਦੇਖੇ ਨਹੀਂ ਉਹਨਾਂ ਦੇ ਦਫ਼ਤਰ 'ਚ, ਕਹਿੰਦੇ ਏਸੀ ਵੀ ਲੱਗੇ ਆ, ਪੱਖੇ ਵੀ ਲੱਗੇ ਆ, ਲੋਕ ਵੀ ਸਾਰਾ ਦਿਨ ਆਉਂਦੇ ਜਾਂਦੇ ਰਹਿੰਦੇ, ਕਾਫੀ ਵੱਡੀ ਕੋਠੀ ਆ ਜਿੱਥੇ ਰਹਿੰਦੇ ਆ, ਪਰ ਕਹਿੰਦੇ ਯੂਨਿਟਾਂ ਨਹੀਂ ਮੱਚਦੀਆਂ। ਕੀ ਲੱਗਦਾ ਇਹ ਚਸ਼ਮਾ ਕਿਤੇ ਉੱਧਰ ਵੀ ਤਾਂ ਨਹੀਂ ਦੇਤਾ ਬਿਜਲੀ ਬੋਰਡ ਦਫ਼ਤਰ 'ਚ ਵੀ? कैप्टन अमरिंदर सिंह तो अरविंद केजरीवाल तो भी 2 स्टैप अगे चले गए। वो स्टैप इस करके चले गए, वो कहते भी कि आम घर के लोगों के बिजली बिल जीरो करना आ किड्डा वड्डा तीर है, ये तो कोई भी कर सकता है। मैं वेखो उन्होंने तो आपके लोकल MLA के घर का ही बिल जीरो करके दिखा ये तो होर बड़े हजे निकलणगे, हो सकता सारे MLA दे माफ होण। मैं तुहानूं हुण एक छोटी जी होर जानकारी देना चाहता। मैं जिस कलोनी दे विच रहना, साडी MLA साहब का घर मेरे घर तो पिछले पासे कोई 30-40 फुट दूरी का ही होना। 30-40 फुट नहीं तो बस मेरी मैं कलोनी के अंदर बैठा, वो साढ़े पीछे बैठा, और तकरीबन सैर करते करते मैं भी किते उस एरिए चो निकल जाता तो 3-4 AC तो मैं भी वेखे। मतलब ये हो सकता कोई टेक्नीक नवी आ गई हो, कांग्रेस को हो भी वो AC लाओ यूनिटा मचदियां ही नहीं, हो सकता टेक्नीक हो कोई नहीं। इदा ही देखो, हो सकता है कि उन्होंने कोल कोई इदा का सिस्टम हो कि ਜਿਹੜਾ ਉਹ AC ਦਾ ਲੋਡ ਹੈ ਜਾਂ ਕੋਈ ਹੋਰ ਅਦਰ ਲੋਡ ਹੈ, ਉਹ ਜਿਹੜਾ ਮੀਟਰ ਉਹਨਾਂ ਦੇ ਲੱਗਿਆ, ਉਹਨਾਂ ਉਹ ਮੀਟਰ ਦੇ ਉੱਤੇ ਵੀ ਸ਼ਾਇਦ ਹੋ ਸਕਦਾ ਕੋਈ ਚਸ਼ਮਾ ਇਦਾਂ ਦਾ ਲੱਗਿਆ ਹੋਵੇ ਕਿ ਜਿਹੜੇ ਤੋਂ ਨਹੀਂ ਬਣਾਉਂਦਾ, ਯੂਨਿਟਾਂ ਹੀ ਨਾ ਦਿਸਦੀਆਂ ਨਾ। ਨਹੀਂ ਹੋ ਸਕਦਾ ਹੈ ਕਿ ਵੋਟਾਂ ਦੇ ਵਿੱਚ ਇਹ ਅਨਾਉਂਸ ਕੀਤਾ ਜਾਵੇ ਵੀ ਅਸੀਂ ਮੀਟਰ ਵੰਡਾਂਗੇ ਤੁਹਾਨੂੰ ਜਿਹਦੇ ਤੇ ਯੂਨਿਟਾਂ ਹੀ ਨਹੀਂ ਮੱਚਣਗੀਆਂ। ਹੋ ਸਕਦਾ ਕੇਜਰੀਵਾਲ ਨੇ ਤਾਂ 300 ਯੂਨਿਟ ਕਹੀ ਆ, ਕਾਂਗਰਸ ਸਰਕਾਰ ਵੋਟਾਂ ਵੇਲੇ ਇਹ ਗੱਲ ਕਹਦੇ ਅਸੀਂ ਤੁਹਾਨੂੰ ਮੀਟਰ ਹੀ ਉਹ ਦਿਆਂਗੇ ਜਾਂ ਚਸ਼ਮੇ ਹੀ ਉਹ ਦਿਆਂਗੇ ਕਿ ਤੁਸੀਂ ਦੇਖੋ ਜੀ ਜਿੰਨਾ ਮਰਜ਼ੀ AC ਚਲਾਓ, ਜਿੰਨੇ ਮਰਜ਼ੀ ਪੱਖੇ ਚਲਾਓ, ਬਿੱਲ ਹੀ ਨਹੀਂ ਆਉਣਾ। ਸਰਪੰਚ ਨੂੰ ਕੋਈ ਗ੍ਰਾਂਟ ਦੇਣੀ ਹੈ, ਉਸ ਤੋਂ ਇਲਾਵਾ ਲੋਕਲ MLA ਸਾਹਿਬ ਜਾਂ ਇਹਨਾਂ ਦੇ ਪਤੀ ਜੀ ਜਿਹੜੇ ਸਾਡੇ ਜਸਮੇਲ ਸਿੰਘ ਲਾਡੀ ਗੈਰੀ ਜੀ, ਉਹਨਾਂ ਦਾ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਮੁੱਦੇ ਨੂੰ ਲੈ ਕੇ ਜਾਂ ਡਿਵੈਲਪਮੈਂਟ ਪੱਖੋਂ ਦੱਸੋ ਕਿਹੜੇ ਪਿੰਡਾਂ 'ਚ ਗਏ ਨੇ। ਇਹਨਾਂ ਨੂੰ ਪਤਾ ਕਿ ਸਾਨੂੰ ਹੁਣ ਪਿੰਡਾਂ 'ਚ ਕਿਸੇ ਨੇ ਵੜਨ ਨਹੀਂ ਦੇਣਾ, ਇਹ ਸਿਰਫ ਬਹਾਨੇਬਾਜ਼ੀ ਲੱਭ ਰਹੇ ਨੇ ਤਾਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਵਿੱਚ ਕਿਸੇ ਵੀ ਡਰਾਮੇਬਾਜ਼ੀ ਕਰਕੇ ਅਸੀਂ ਲੋਕਾਂ ਦੇ ਸਾਹਮਣੇ ਆ ਸਕੀਏ, ਲੋਕਾਂ ਨੂੰ ਦਿਖਾ ਸਕੀਏ। ਰਜਨੀਸ਼ ਦਈਆ ਦਾ ਇੱਕੋ ਹੀ ਝੰਡਾ ਹੈ, ਅਰਵਿੰਦ ਕੇਜਰੀਵਾਲ। ਜਿਹੜੀਆਂ ਤੁਸੀਂ ਅੱਜ ਗੱਲਾਂ ਲੋਕਾਂ ਦੇ ਨਾਲ ਕਰ ਰਹੇ ਹੋ, ਕਿ ਇਹ ਗੱਲਾਂ ਤੁਹਾਨੂੰ ਯਾਦ ਰਹਿਣਗੀਆਂ ਸਰਕਾਰ ਬਣਨ ਤੋਂ ਬਾਅਦ ਕਿ ਭੁੱਲ ਜਾਓਗੇ? ਪੋਸਟਰਬਾਜ਼ੀ ਦੀ ਬੜੀ ਚਰਚਾ ਚੱਲ ਰਹੀ ਆ। ਅਸੀਂ ਖਬਰ ਵੀ ਇੱਕ ਪਬਲਿਸ਼ ਕੀਤੀ ਸੀ ਜਿਸ ਦੇ ਵਿੱਚ ਪੋਸਟਰ ਦਿਖਾਏ ਗਏ ਸੀ ਲੀਡਰਾਂ ਦੇ, ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ, ਪਰ ਉਹਦੀ ਸਰਵੇ ਦੇ ਵਿੱਚ ਕੀ ਆਇਆ, ਜਿਹੜੀ ਆਮ ਆਦਮੀ ਪਾਰਟੀ ਆ, ਇਹਦੇ ਜਿਹੜੇ ਕੈਂਡੀਡੇਟ ਆ, ਜਿਵੇਂ ਤੁਸੀਂ ਲਾ ਲਓ ਜਾਂ ਆਸ਼ੂ ਬਾਂਗੜ ਲਾ ਲਓ ਜਾਂ ਮੋੜਾ ਸਿੰਘ ਅਨਜ਼ਾਨ ਲਾ ਲਓ, ਇਹਨਾਂ ਦੇ ਪੋਸਟਰ ਬੜੀ ਦੂਰ ਤੱਕ ਤੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਲਾਏ ਹੋਏ ਆ। ਇਹਦਾ ਕੀ ਕਾਰਨ ਆ? ਇਕੱਲੀ ਪੋਸਟਰਬਾਜ਼ੀ ਰਹਿ ਜਾਊਗੀ ਜਾਂ ਫਿਰ ਕੁਝ ਕਰਕੇ ਵੀ ਦਿਖਾਉਂ? 70 ਸਾਲਾਂ ਤੋਂ ਪਾਰਟੀਆਂ ਪੋਸਟਰਾਂ ਰਾਹੀਂ, ਬੈਨਰਾਂ ਰਾਹੀਂ ਮੈਸੇਜ ਹੀ ਘਰ ਘਰ ਪਹੁੰਚਾ ਰਹੀਆਂ ਨੇ, ਲੇਕਿਨ ਵਿਕਾਸ ਦੀ ਗੱਲ ਤਾਂ ਕੋਈ ਕਰਦਾ ਨਹੀਂਗਾ। ਜਿੰਨੀਆਂ ਵੀ ਪਾਰਟੀਆਂ ਰਹੀਆਂ ਨੇ, ਇਹਨਾਂ ਨੇ ਹਾਲੇ ਤੱਕ ਵਿਕਾਸ ਦੇ ਦਾਅਵੇ ਕੀਤੇ ਨੇ, ਔਰ ਉਹ ਦਾਅਵੇ ਸਿਰਫ ਕਾਗਜ਼ਾਂ 'ਚ ਹੋਏ ਨੇ। ਇਲੈਕਸ਼ਨ ਤਾਂ 2017 'ਚ ਵੀ ਲੜਿਆ ਗਿਆ ਸੀ, ਉਦੋਂ ਕੋਈ ਇੰਨਾ ਰਿਜ਼ਲਟ ਨਹੀਂ ਨਿਕਲ ਕੇ ਸਾਹਮਣੇ ਆਇਆ। ਜੇ ਲੋਕ ਇੰਨਾ ਹੀ ਪਸੰਦ ਕਰਦੇ ਹੁੰਦੇ ਤਾਂ ਉਦੋਂ ਐਕਸੈਪਟ ਕਰ ਲੈਂਦੇ। 70 ਸਾਲਾਂ ਤੋਂ ਪਾਰਟੀਆਂ ਤੋਂ ਸਤਾਏ ਹੋਏ ਨੇ। ਕੁਝ ਸਾਡੇ ਤੋਂ ਗਲਤੀ, ਸਾਡੀ ਮਿਹਨਤ 'ਚ ਕਮੀ ਰਹਿ ਗਈ ਹੈ। ਪਾਰਟੀ ਨੇ ਜੋ ਕੁਝ ਇੱਕ ਉਮੀਦਵਾਰ ਸੀ ਜੋ ਜਿਨ੍ਹਾਂ ਨੂੰ ਆਮ ਲੋਕਾਂ ਨੇ ਪਸੰਦ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਪਬਲਿਕਲੀ ਔਰ ਪ੍ਰੈਸ ਦੇ ਵਿੱਚ ਵੀ ਇਹ ਵਿਦ ਹੱਥ ਖੜਾ ਕਰਕੇ ਕਹਿੰਦਾ ਸੀ ਵੀ ਇਹ ਬੇਅਦਬੀਆਂ ਕਿਹਨਾਂ ਨੇ ਕਰਾਈਆਂ, ਬਾਦਲਾਂ ਨੇ ਕਰਾਈਆਂ। ਸਰਕਾਰ ਆਂਦੇ ਹੋ ਮੈਂ ਇਹਨਾਂ ਨੂੰ ਦੇਖੂੰਗਾ, ਮੈਂ ਇਹਨਾਂ ਨੂੰ ਡੱਕੂੰਗਾ। ਅਕਾਲੀ ਦਲ ਤੇ ਕਾਂਗਰਸ ਜਿਵੇਂ ਚੱਕੀ ਦੇ ਪੁੜ ਦੀ ਗੱਲ ਕੀਤੀ, ਉਹ ਦੋਨੋਂ ਪੁੜ ਇੰਨੇ ਕੁ ਸਟਰੋਂਗ ਬਣੇ ਪਏ ਆ ਪਿਛਲੇ ਲੰਬੇ ਸਮੇਂ ਤੋਂ। ਕੀ ਲੱਗਦਾ ਉਹ ਦਾਲ ਗਣਨ ਦੇਣਗੇ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ? ਦੇਖੋ ਜੀ, ਅਕਾਲੀ ਦਲ ਔਰ ਕਾਂਗਰਸ, ਆਮ ਆਦਮੀ ਪਾਰਟੀ ਦੀ ਦਾਲ ਗਲੇਗੀ ਜਾਂ ਨਹੀਂ ਗਲੇਗੀ ਇਹਨਾਂ ਦੇ ਹੱਥ ਨਹੀਂ ਰਿਹਾ। ਹੁਣ ਇਹ ਹੁਣ ਜਨਤਾ ਦੇ ਹੱਥ 'ਚ, ਔਰ ਜਨਤਾ ਹੁਣ ਸਿਆਣੀ ਹੋ ਚੁੱਕੀ, ਜਨਤਾ ਵੇਖ ਚੁੱਕੀ ਹੈ। ਫਿਰੋਜ਼ਪੁਰ ਦਿਹਾਤੀ 'ਚ ਪਿਛਲੇ 5 ਸਾਲ 4.5 ਸਾਲ ਹੋ ਚੁੱਕੇ ਆ, ਮੌਜੂਦਾ ਵਿਧਾਇਕਾਂ ਦੀ ਸਰਕਾਰ ਆ ਮੈਡਮ ਦੀ, ਕਾਂਗਰਸ ਦੀ। ਕਿੰਨਾ ਕੁ ਵਿਕਾਸ ਹੋਇਆ? ਕੀ ਲੱਗਦਾ? ਤੁਸੀਂ ਵੀ ਪਿੰਡਾਂ ਜਾਂਦੇ ਹੋ, ਦੇਖਦੇ ਹੋ। ਲੇਕਿਨ ਜੋ ਵਿਕਾਸ ਦੀਆਂ ਗੱਲਾਂ ਕੈਪਟਨ ਸਰਕਾਰ ਜਾਂ ਸਾਡੇ ਲੋਕਲ MLA ਸਾਹਿਬ ਕਰ ਰਹੇ ਨੇ, ਮੈਂ ਉਹ ਵਿਕਾਸ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ। ਹੋ ਸਕਦਾ ਵੀ ਜਿਵੇਂ ਮਿਸਟਰ ਇੰਡੀਆ ਇੱਕ ਫਿਲਮ ਆਈ ਸੀ, ਮਿਸਟਰ ਇੰਡੀਆ ਫਿਲਮ ਦੇ ਵਿੱਚ ਇੱਕ ਚਸ਼ਮਾ ਹੁੰਦਾ ਸੀ, ਉਹ ਮਿਸਟਰ ਇੰਡੀਆ ਉਸੇ ਨੂੰ ਦਿਸਦਾ ਸੀ ਜਿਹੜਾ ਉਹ ਚਸ਼ਮਾ ਲਗਾ ਲੈਂਦਾ ਸੀ। ਮੈਨੂੰ ਲੱਗਦਾ ਇਹਨਾਂ ਕੋਲ ਉਹ ਚਸ਼ਮਾ ਹੈ ਜਿਹੜਾ ਉਹ ਉਹਨਾਂ ਦੇ MLA ਸਾਹਿਬ ਜਾਂ ਮਿਨਿਸਟਰ ਸਾਹਿਬ ਉਹਨੂੰ ਚਸ਼ਮਾ ਲਗਾ ਲੈਂਦੇ ਨੇ ਤਾਂ ਉਹਨਾਂ ਨੂੰ ਵਿਕਾਸ ਦਿਖਦਾ।
ਉਹਨਾਂ ਨੂੰ ਉਹ ਵਿਕਾਸ ਦੇ ਜਾਂਦਾ। ਜਾਂ ਤਾਂ ਉਹੋ ਜਿਹਾ ਚਸ਼ਮਾ ਜਨਤਾ ਨੂੰ ਵੀ ਦੇਣ ਵੀ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਜਿਹੜਾ ਵਿਕਾਸ ਇਹਨਾਂ ਨੇ ਕਿਤੇ ਉਹ ਹੈ ਗਰਾਊਂਡ ਲੈਵਲ ਤੇ ਕਿਤੇ। ਕਾਗਜ਼ਾਂ 'ਚ ਹੋ ਗਿਆ ਵਾ ਤਾਂ ਉਹ ਕਾਗਜ਼ਾਂ ਦੇ ਵਿੱਚ ਤਾਂ ਫਿਰ ਕਾਗਜ਼ ਅਫਸਰ ਉਹੀ ਦੇਖਣਗੇ। ਲੇਕਿਨ ਅੱਜ ਵੀ ਪਿੰਡਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਨਹੀਂ ਹੈ। ਆਪਾਂ ਸੜਕਾਂ ਨੂੰ ਇੰਟਰਲੋਕਿੰਗ ਟਾਇਲ ਲੱਗੀਆਂ ਇਹਨੂੰ ਵਿਕਾਸ ਨਹੀਂ ਕਹਿ ਸਕਦੇ। ਅਸੀਂ ਵਿਕਾਸ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਦੇਣ ਵਾਲੀਆਂ ਮੁੱਢਲੀਆਂ ਸਿਹਤ ਸੁਵਿਧਾਵਾਂ ਕਿੱਦਾਂ ਦੀਆਂ, ਐਜੂਕੇਸ਼ਨ ਸਿਸਟਮ ਸਾਡਾ ਕਿੱਦਾਂ, ਇੱਕ ਗ੍ਰੇਡਿੰਗ ਹੋਈ, ਉਹ ਗ੍ਰੇਡਿੰਗ ਜਿਹੜਾ ਕਹਿੰਦੇ ਵੀ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ A++ ਬਣ ਗਏ। ਇਹ ਜਿਹੜੀ ਗ੍ਰੇਡਿੰਗ ਹੈ ਇਹ ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇ ਕੇ ਔਰ ਸਿਰਫ 2022 ਨੂੰ ਮੁੱਖ ਰੱਖ ਕੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਐਜੂਕੇਸ਼ਨ ਮਾਡਲ ਨੂੰ ਥੱਲੇ ਦਿਖਾਉਣ ਵਾਸਤੇ। ਵਿਕਾਸ ਤੁਸੀਂ ਕਿਹਾ ਵੀ ਨਹੀਂ ਦਿਖ ਰਿਹਾ, ਇਹਨਾਂ ਕੋਲੇ ਚਸ਼ਮਾ ਇੱਕ ਹਵਾਈ ਤੀਰ ਆ ਇਹਨਾਂ ਕੋਲੇ, ਜਿਹੜਾ ਛੱਡ ਦਿੰਦੇ ਆ ਉਹ ਸਾਰਿਆਂ ਨੂੰ ਲੱਗਦਾ ਵੀ ਵਿਕਾਸ ਹੀ ਵਿਕਾਸ ਆ, ਹੈ ਨਾ। ਜਿਵੇਂ ਪੁਰਾਣੀਆਂ ਆਪਾਂ ਟੀਵੀ ਤੇ ਸੀਰੀਅਲ ਦੇਖਦੇ ਸੀ, ਇੱਕ ਤੀਰ ਇੱਧਰੋਂ ਛੱਡਿਆ ਜਾਂਦਾ ਸੀ ਉਹ ਦੀਂਦਾ ਸੀਗਾ ਤੇ ਇੱਕ ਤੀਰ ਅੱਗੋਂ ਆਉਂਦਾ ਸੀ। ਉਸ ਤਰ੍ਹਾਂ ਦੀਆਂ ਇਹਨਾਂ ਕੋਲੇ ਸ਼ਕਤੀਆਂ ਨੇ ਸ਼ਾਇਦ ਲੋਕਾਂ ਨੂੰ ਵਿਖਾਉਣ ਲਈ, ਹੈ ਨਾ, ਵੀ ਆਹ ਦੇਖੋ ਤੁਸੀਂ ਵਿਕਾਸ ਹੋਇਆ ਪਿਆ। ਮਤਲਬ ਜਦੋਂ ਇਹ ਦਿਖਾਉਣਾ ਚਾਹੁੰਦੇ ਉਦੋਂ ਲੋਕ ਦਿਖਦੇ। ਦੇਖੋ ਲੋਕਾਂ ਨੂੰ ਡਰ ਵੀ ਹੁੰਦਾ ਕਿਉਂਕਿ ਇੱਕ MLA ਦੀ ਪਾਵਰ ਵੀ ਹੁੰਦੀ ਆ। ਲੋਕ ਡਰਦੇ ਆ, ਲੋਕ ਨਹੀਂ ਬੋਲਦੇ ਕਿ ਸਾਡੇ ਤੇ ਕੋਈ ਪਰਚਾ ਪਾ ਦਿੱਤਾ ਜਾਊਗਾ ਜਾਂ ਸਾਡੇ ਤੇ ਕੋਈ ਐਕਸ਼ਨ ਆ ਜਾਊਗਾ, ਲੋਕ ਡਰਦੇ ਆ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਇੱਕ ਵੀ MLA ਸਾਹਿਬ ਜਾਂ ਮਿਨਿਸਟਰ ਸਾਹਿਬ ਇਹ ਜਨਤਕ ਤੌਰ ਤੇ ਪਬਲਿਕਲੀ ਇੱਕ ਗੱਲ ਕਹਿ ਦੇਣ ਕਿ ਜੇ ਵਿਕਾਸ ਕੀਤਾ ਤਾਂ ਸਾਨੂੰ ਵੋਟ ਦੇ ਦਿਓ, ਕਿਸੇ 'ਚ ਜੁਰਤ ਨਹੀਂ। ਉਹਨਾਂ ਦਿਨਾਂ 'ਚ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਹ ਗੱਲ ਕਹੀ, ਉਹਨਾਂ ਦਿਨਾਂ 'ਚ ਇੱਕ ਕੇਜਰੀਵਾਲ ਦਾ ਨਕਲਚੀਆ ਬਣਾ ਕੇ ਬਠਿੰਡਾ ਦੇ ਵਿੱਚ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਲੋਲੀਪੌਪ ਵੰਡ ਰਿਹਾ ਸੀ। ਉਹ ਤਾਂ ਲੋਲੀਪੌਪ ਵੰਡਣਾ ਤੁਹਾਨੂੰ ਕਹਿ ਰਿਹਾ ਕਿ ਤੁਹਾਡੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਲੋਲੀਪੌਪ ਵੰਡ ਕੇ ਗਏ ਨੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਤੇ ਸਾਰੇ ਸਰੋਤਿਆਂ ਦਾ ਸਵਾਗਤ ਆ। ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜੇ ਲੀਡਰ ਨੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਆਪਣੇ ਏਰੀਆ ਦੇ ਵਿੱਚ ਜਿਹੜੀ ਵਰਕਿੰਗ ਨੂੰ ਲੈ ਕੇ, ਲੋਕਾਂ ਨੂੰ ਲੈ ਕੇ, ਵੋਟਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਦੌਰੇ ਉਹ ਕਰ ਰਹੇ ਨੇ। ਹਰ ਇੱਕ ਪਾਰਟੀ ਜਿਹੜੀ ਆ ਉਹ ਦਾਅਵਾ ਕਰਦੀ ਦਿਖਾਈ ਦੇ ਰਹੀ ਹੈ, ਉਹਨਾਂ ਦੇ ਲੀਡਰ ਦਾਅਵਾ ਕਰਦੇ ਦਿਖਾਈ ਦੇ ਰਹੇ ਨੇ। ਲੇਕਿਨ ਲੋਕ ਕੀ ਚਾਹੁੰਦੇ ਨੇ, ਲੋਕ ਕਿਹੜੀ ਪਾਰਟੀ ਨੂੰ ਚਾਹੁੰਦੇ ਨੇ, ਇਹ ਤਾਂ ਚੋਣਾਂ ਤੋਂ ਬਾਅਦ ਪਤਾ ਚੱਲੇਗਾ। ਲੇਕਿਨ ਸਾਡਾ ਜਿਹੜਾ ਫਰਜ਼ ਆ ਉਹ ਅਸੀਂ ਬਖੂਬੀ ਨਿਭਾਉਂਦੇ ਆ ਰਹੇ ਹਾਂ। ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਅਸੀਂ ਮਿਲਦੇ ਹਾਂ, ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਸੋਚ ਤੁਹਾਡੇ ਤੱਕ ਲੈ ਕੇ ਆਉਣੇ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਆ, ਉਹਨਾਂ ਦੀ ਪਲੈਨਿੰਗ ਕੀ ਆ, ਆਮ ਲੋਕਾਂ ਲਈ ਸੋਚਣਗੇ ਜਾਂ ਨਹੀਂ ਸੋਚਣਗੇ। ਇਸੇ ਤਰ੍ਹਾਂ ਹੀ ਸਾਡੇ ਨਾਲ ਅੱਜ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ, ਜੋ ਪਾਰਟੀ ਦਾ ਨਾਮ ਪੰਜਾਬ ਦੇ ਵਿੱਚ ਕਾਫੀ ਗੂੰਜ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ। ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ, ਅਕਾਲੀਆਂ ਦੀ ਗੱਲ ਕਰ ਲਈਏ, ਕਾਂਗਰਸ ਦੀ ਗੱਲ ਕਰ ਲਈਏ, ਹੱਥਾਂ ਪੈਰਾਂ ਦੀ ਵੀ ਪੈ ਚੁੱਕੀ ਆ ਉਹਨਾਂ ਦੀਆਂ ਜਿਹੜੇ ਐਲਾਨ ਆ ਉਹਨਾਂ ਨੂੰ ਸੁਣ ਕੇ। ਸਾਡੇ ਨਾਲ ਮੌਜੂਦ ਨੇ ਫਿਰੋਜ਼ਪੁਰ ਦਿਹਾਤੀ ਤੋਂ ਜੋ ਟਿਕਟ ਦੇ ਦਾਅਵੇਦਾਰ ਨੇ, ਰਜਨੀਸ਼ ਦਈਆ ਜੀ ਐਡਵੋਕੇਟ। ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ। ਸਤਿ ਸ਼੍ਰੀ ਅਕਾਲ ਜੀ। ਮੇਰਾ ਪਹਿਲਾ ਸਵਾਲ ਇਹ ਆ ਕਿ ਤੁਸੀਂ ਫਿਰੋਜ਼ਪੁਰ ਦਿਹਾਤੀ ਤੋਂ ਜਿਹੜੀ ਟਿਕਟ ਆ ਉਹਦਾ ਦਾਅਵਾ ਕਰ ਰਹੇ ਹੋ। ਤੁਸੀਂ ਦਾਅਵਾ ਹਰ ਇੱਕ ਪਾਰਟੀ ਦਾ ਵੀ ਲੀਡਰ ਦਾਅਵਾ ਕਰ ਰਿਹਾ, ਤੁਹਾਡੀ ਪਾਰਟੀ ਦੇ ਵੀ 3-4 ਕੈਂਡੀਡੇਟ ਨੇ ਜਿਹੜੇ ਕਿ ਫਿਰੋਜ਼ਪੁਰ ਦਿਹਾਤੀ ਤੋਂ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਨੇ। ਅਸੀਂ ਇੱਕ ਚੀਜ਼ ਦੇਖੀ ਆ, ਤੁਸੀਂ ਪਿੰਡਾਂ ਦੇ ਵਿੱਚ ਮੀਟਿੰਗ ਕਰਨ ਜਾਂਦੇ ਹੋ, ਕੁਝ ਸਮੇਂ ਬਾਅਦ ਹੀ ਉੱਥੇ ਤੁਹਾਡੀ ਪਾਰਟੀ ਦਾ ਲੀਡਰ ਮੀਟਿੰਗ ਕਰਨ ਚਲਾ ਜਾਂਦਾ ਤੇ ਥੋੜ੍ਹੇ ਟਾਈਮ ਬਾਅਦ ਤੀਸਰਾ ਤੁਹਾਡੀ ਪਾਰਟੀ ਦਾ ਲੀਡਰ ਉੱਥੇ ਮੀਟਿੰਗ ਕਰਨ ਚਲੇ ਜਾਂਦਾ। ਇਸ ਤਰ੍ਹਾਂ ਕਿਉਂ? ਤੁਸੀਂ ਆਪਸ ਦੇ ਵਿੱਚ ਇੱਕੋ ਪਾਰਟੀ ਦੇ ਲੀਡਰੋਂ ਆਪਸ 'ਚ ਬਣਦੀ ਨਹੀਂ ਜਾਂ ਕੋਈ ਹੋਰ ਇਹਦੇ ਪਿੱਛੇ ਰਾਜ਼ ਆ? ਇੱਦਾਂ ਦੀ ਗੱਲ ਨਹੀਂ ਹੈਗੀ ਆ। ਸਾਡੇ ਪਾਰਟੀ ਦੇ ਵਿੱਚ 4 ਜਿਹੜੇ ਅਸੀਂ ਦਾਅਵੇਦਾਰ ਇਸ ਟਾਈਮ ਹੈਗੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ। ਮੇਰੇ ਤੋਂ ਇਲਾਵਾ ਇੱਕ ਸਾਡੇ ਖਾਈ ਤੋਂ ਮੋੜਾ ਸਿੰਘ ਅੰਜਾਨ ਜੀ ਨੇ, ਔਰ ਸਾਡੇ ਮੋਗੇ ਤੋਂ ਮੈਡੀਸਿਟੀ ਹਸਪੀਟਲ ਦੇ ਵਿੱਚ ਪ੍ਰਬੰਧਕ ਦੀ ਡਿਊਟੀ ਨਿਭਾ ਰਹੇ ਡਾਕਟਰ ਆਸ਼ੂ ਬਾਂਗਰ ਜੀ ਨੇ, ਔਰ ਇੱਕ ਸਾਡੀ ਭੈਣ ਹੈ ਮਨਪ੍ਰੀਤ ਕੌਰ ਕੋਟਕੋਟ। ਅਸੀਂ ਚਾਰੇ ਜਣੇ ਪਾਰਟੀ ਦਿਹਾਤੀ ਹਲਕੇ ਦੇ ਵਿੱਚ ਵਿਚਰ ਰਹੇ ਹਾਂ। ਜਿਹੜੀ ਤੁਸੀਂ ਗੱਲ ਕੀਤੀ ਵੀ ਇੱਕੋ ਪਿੰਡ ਦੇ ਵਿੱਚ ਪਹਿਲਾਂ ਇੱਕ ਲੀਡਰ ਜਾਂਦਾ, ਫਿਰ ਥੋੜ੍ਹੇ ਦਿਨ ਦੇਰ ਬਾਅਦ ਜਾਂ ਕੁਝ ਸਮੇਂ ਬਾਅਦ ਉਹ ਚਲਾ ਜਾਂਦਾ। ਇਨਫੈਕਟ ਕੀ ਹੈ ਕਿ ਪਾਰਟੀ ਸਾਨੂੰ ਟਾਸਕ ਦਿੰਦੀ ਹੈ, ਔਰ ਜਦੋਂ ਵੀ ਪਾਰਟੀ ਦਾ ਕੋਈ ਇਵੈਂਟ ਆਉਂਦਾ, ਪਾਰਟੀ ਦਾ ਕੋਈ ਪ੍ਰੋਗਰਾਮ ਆਉਂਦਾ ਤੇ ਪਾਰਟੀ ਉਹ ਇਲਾਕੇ ਸਾਨੂੰ ਵੰਡ ਦਿੰਦੀ ਵੀ ਤੁਸੀਂ ਇਸ ਏਰੀਏ 'ਚ ਤੁਸੀਂ ਜਾਓਗੇ। ਸਾਡੇ ਚਾਰਿਆਂ ਦੀ ਡਿਊਟੀ ਹਲਕਾ ਵਾਈਜ਼ ਲੱਗ ਜਾਂਦੀ ਹੈ। ਫਿਰੋਜ਼ਪੁਰ ਦਿਹਾਤੀ ਨੂੰ ਆਮ ਆਦਮੀ ਪਾਰਟੀ ਨੇ 4 ਬਲਾਕਾਂ ਦੇ ਵਿੱਚ ਵੰਡਿਆ ਹੋਇਆ। ਇੱਕ ਬਲਾਕ ਕਲਖੁਰਦ ਹੈ, ਉਸ ਤੋਂ ਬਾਅਦ ਬਲਾਕ ਕੁਲਗੜੀ ਹੈ, ਫਿਰ ਬਲਾਕ ਤਲਵੰਡੀ ਭਾਈ ਹੈ, ਔਰ ਉਸ ਤੋਂ ਬਾਅਦ ਬਲਾਕ ਮਮਦੋਟ ਹੈ। ਸਾਨੂੰ ਚਾਰਿਆਂ ਨੂੰ 4 ਬਲਾਕਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਜਿੱਥੇ ਕਿਤੇ ਕੋਈ ਕਮੀ ਲੱਗਦੀ ਹੈ
ਜਿੱਥੇ ਕਿਤੇ ਲੱਗਦਾ ਹੈ ਕਿ ਇਸ ਪਿੰਡ ਦੇ ਵਿੱਚ ਸਾਨੂੰ ਪਾਰਟੀ ਦੀ ਅਵੇਅਰਨੈਸ ਘੱਟ ਹੈ ਜਾਂ ਹੋਰ ਜ਼ਿਆਦਾ ਜ਼ਰੂਰਤ ਹੈ, ਉੱਥੇ ਪਾਰਟੀ ਦੇ ਹੁਕਮਾਂ ਅਨੁਸਾਰ ਅਸੀਂ ਉੱਥੇ ਦੁਬਾਰਾ ਗੇੜਾ ਕਰਦੇ ਹਾਂ। ਲੇਕਿਨ ਸਾਡੇ ਚਾਰੇ ਕੈਂਡੀਡੇਟਾਂ ਦੇ ਵਿੱਚ ਆਪਸ ਦੇ ਵਿੱਚ ਪ੍ਰੋਪਰ ਤਾਲਮੇਲ ਹੈ। ਮੇਰਾ ਦੂਜਾ ਸਵਾਲ ਇਹ ਹੈ ਕਿ ਪੋਸਟਰਬਾਜ਼ੀ ਦੀ ਬੜੀ ਚਰਚਾ ਚੱਲ ਰਹੀ ਆ। ਅਸੀਂ ਖਬਰ ਵੀ ਇੱਕ ਪਬਲਿਸ਼ ਕੀਤੀ ਸੀ ਜਿਸ ਦੇ ਵਿੱਚ ਪੋਸਟਰ ਦਿਖਾਏ ਗਏ ਸੀ ਲੀਡਰਾਂ ਦੇ, ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ, ਪਰ ਉਹਦੀ ਸਰਵੇ ਦੇ ਵਿੱਚ ਕੀ ਆਇਆ, ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਜਿਹੜੇ ਕੈਂਡੀਡੇਟ ਆ, ਜਿਵੇਂ ਤੁਸੀਂ ਲਾ ਲਓ ਜਾਂ ਆਸ਼ੂ ਬਾਂਗੜ ਲਾ ਲਓ ਜਾਂ ਮੋੜਾ ਸਿੰਘ ਅਨਜ਼ਾਨ ਲਾ ਲਓ, ਇਹਨਾਂ ਦੇ ਪੋਸਟਰ ਬੜੀ ਦੂਰ ਤੱਕ ਤੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਲਾਏ ਹੋਏ ਆ। ਇਹਦਾ ਕੀ ਕਾਰਨ ਆ? ਇਕੱਲੀ ਪੋਸਟਰਬਾਜ਼ੀ ਰਹਿ ਜਾਊਗੀ ਜਾਂ ਫਿਰ ਕੁਝ ਕਰਕੇ ਵੀ ਦਿਖਾਓਗੇ? ਨਹੀਂ, ਦੇਖੋ ਤੁਸੀਂ ਪੋਸਟਰ ਤਾਂ ਵੇਖ ਲਏ, ਲੇਕਿਨ ਪੋਸਟਰ ਤੇ ਲਿਖਿਆ ਹੋਇਆ ਮੈਸੇਜ ਨਹੀਂ ਵੇਖਿਆ ਸ਼ਾਇਦ। ਜੋ ਵੀ ਸਾਡੇ ਵਿਰੋਧੀ ਪਾਰਟੀ ਨੇ ਇਸ ਇਸ਼ੂ ਨੂੰ ਚੱਕ ਰਹੇ ਨੇ ਵੀ ਇਹ ਆਮ ਆਦਮੀ ਪਾਰਟੀ ਪੋਸਟਰ ਵਾਰ ਦੇ ਉੱਤੇ ਜਾ ਰਹੀ ਹੈ। ਪੋਸਟਰ ਵਾਰ ਨਾ ਵੇਖੋ, ਪੋਸਟਰ ਤੇ ਇੱਥੇ ਲਿਖਿਆ ਮੈਸੇਜ ਵੇਖੋ। ਕਿਉਂਕਿ ਪਾਰਟੀ ਦਾ ਜਦੋਂ ਵੀ ਕੋਈ ਉੱਪਰੋਂ ਸਾਨੂੰ ਦਿੱਲੀ ਜਾਂ ਪੰਜਾਬ ਲੀਡਰਸ਼ਿਪ ਵੱਲੋਂ ਕੋਈ ਮੈਸੇਜ ਆਉਂਦਾ ਹੈ ਤੇ ਸਾਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਇਸ ਪਾਰਟੀ ਦੀ ਜਿਹੜੀ ਪਾਲਿਸੀ ਹੈ ਇਹਨੂੰ ਘਰ ਘਰ ਪਹੁੰਚਾਉਣ ਲਈ ਬੈਸਟ ਐਡਵਰਟਾਈਜ਼ਮੈਂਟ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ। ਹੁਣ ਅਸੀਂ ਕੈਂਡੀਡੇਟ ਹਾਂ, ਅਸੀਂ ਪਾਰਟੀ ਦੀ ਉਹ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਜਿਹੜੀ ਅਸੀਂ ਪੋਸਟਰਸ ਵਾਰ-ਵਾਰ ਲਵਾਉਂਦੇ ਹਾਂ ਉਹਦੇ ਤੇ ਇੱਕ ਮੈਸੇਜ ਹੁੰਦਾ ਪਾਰਟੀ ਦਾ। ਕਿਉਂਕਿ ਪਰਸਨਲੀ ਜਾ ਕੇ ਜਾਂ ਘਰ ਘਰ ਜਾ ਕੇ ਉਹ ਮੈਸੇਜ ਪਹੁੰਚਾਉਣ 'ਚ ਸਾਨੂੰ ਸਮਾਂ ਲੱਗਦਾ ਹੈ, ਲੇਕਿਨ ਜਦੋਂ ਅਸੀਂ ਉਸੇ ਮੈਸੇਜ ਨੂੰ ਪੋਸਟਰ, ਬੈਨਰ, ਫਲੈਕਸ ਦੇ ਉੱਤੇ ਲਿਆ ਕੇ ਜਦੋਂ ਅਸੀਂ ਜਨਤਕ ਤੌਰ ਤੇ ਲਵਾਉਂਦੇ ਹਾਂ ਤਾਂ ਉਹ ਲੋਕਾਂ ਤੱਕ ਛੇਤੀ ਔਰ ਵੱਧ ਕੁਆਂਟੀਟੀ ਦੇ ਵਿੱਚ ਜਾਂਦਾ। 70 ਸਾਲਾਂ ਤੋਂ ਪਾਰਟੀਆਂ ਪੋਸਟਰਾਂ ਰਾਹੀਂ, ਬੈਨਰਾਂ ਰਾਹੀਂ ਮੈਸੇਜ ਹੀ ਘਰ ਘਰ ਪਹੁੰਚਾ ਰਹੀਆਂ ਨੇ, ਲੇਕਿਨ ਵਿਕਾਸ ਦੀ ਗੱਲ ਤਾਂ ਕੋਈ ਕਰਦਾ ਨਹੀਂਗਾ। ਦੇਖੋ, ਜੇ ਵਿਕਾਸ ਦੀ ਗੱਲ ਕਰੀਏ ਤਾਂ ਵਿਕਾਸ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਲਾਸਟ 2017 ਦਾ ਇਲੈਕਸ਼ਨ ਲੜਿਆ, ਹੁਣ 2022 ਦੇ ਵਿੱਚ ਜਾਵਾਂਗੇ। ਇਸ ਤੋਂ ਪਹਿਲਾਂ ਜਿੰਨੀਆਂ ਵੀ ਪਾਰਟੀਆਂ ਰਹੀਆਂ ਨੇ ਇਹਨਾਂ ਨੇ ਹਾਲੇ ਤੱਕ ਵਿਕਾਸ ਦੇ ਦਾਅਵੇ ਕੀਤੇ ਨੇ ਔਰ ਉਹ ਦਾਅਵੇ ਸਿਰਫ ਕਾਗਜ਼ਾਂ 'ਚ ਹੋਏ ਨੇ। ਗਰਾਊਂਡ ਲੈਵਲ ਦੇ ਉੱਤੇ ਵਿਕਾਸ ਦਾ ਜੇਕਰ ਰੀਅਲੀ ਹੋਇਆ ਹੁੰਦਾ ਤੇ ਫਿਰ ਅੱਜ ਆਮ ਆਦਮੀ ਪਾਰਟੀ ਦਾ ਜਨਮ ਨਹੀਂ ਹੋਣਾ ਸੀ। ਇਲੈਕਸ਼ਨ ਤਾਂ 2017 'ਚ ਵੀ ਲੜਿਆ ਗਿਆ ਸੀ, ਉਦੋਂ ਕੋਈ ਇੰਨਾ ਰਿਜ਼ਲਟ ਨਹੀਂ ਨਿਕਲ ਕੇ ਸਾਹਮਣੇ ਆਇਆ। ਜੇ ਲੋਕ ਇੰਨਾ ਹੀ ਪਸੰਦ ਕਰਦੇ ਹੁੰਦੇ ਤਾਂ ਉਦੋਂ ਐਕਸੈਪਟ ਕਰ ਲੈਂਦੇ। 70 ਸਾਲਾਂ ਤੋਂ ਪਾਰਟੀਆਂ ਤੋਂ ਸਤਾਏ ਹੋਏ ਨੇ। ਉਹਦੇ 'ਚ ਇੱਦਾਂ ਸੀ ਕਿ ਦੇਖੋ 2017 ਦੇ ਵਿੱਚ ਵੀ ਸਰਕਾਰ ਵੱਲ ਆਮ ਆਦਮੀ ਪਾਰਟੀ ਦੇ ਕਦਮ ਬਹੁਤ ਤੇਜ਼ੀ ਨਾਲ ਵਧ ਰਹੇ ਸੀ। ਕੁਝ ਪਾਰਟੀਆਂ ਤੋਂ ਗਲਤੀ ਹੋਈਆਂ ਨੇ, ਕੁਝ ਸਾਡੇ ਤੋਂ ਗਲਤੀ, ਸਾਡੀ ਮਿਹਨਤ 'ਚ ਕਮੀ ਰਹਿ ਗਈ ਹੈ। ਪਾਰਟੀ ਨੇ ਜੋ ਕੁਝ ਇੱਕ ਉਮੀਦਵਾਰ ਸੀ ਜਿਨ੍ਹਾਂ ਨੂੰ ਆਮ ਲੋਕਾਂ ਨੇ ਪਸੰਦ ਨਹੀਂ ਕੀਤਾ, ਔਰ ਉਸ ਤੋਂ ਵੱਡੀ ਜਿਹੜੀ ਗੱਲ ਸੀ ਕਿ ਕਾਂਗਰਸ ਔਰ ਅਕਾਲੀ ਦਲ ਬੀਜੇਪੀ ਨੂੰ ਪਤਾ ਸੀਗਾ ਕਿ ਜੇਕਰ ਆਮ ਆਦਮੀ ਪਾਰਟੀ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਇਹ ਐਸਟੈਬਲਿਸ਼ ਹੋ ਜਾਏਗੀ ਔਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਖਾਤਾ ਹੈ ਬੰਦ ਹੋ ਜਾਏਗਾ। ਇਸ ਕਰਕੇ ਇਹਨਾਂ ਨੇ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਇਹਨਾਂ ਨੇ ਆਪਸ ਦੇ ਵਿੱਚ ਹੋ ਕੇ 2017 ਦੀ ਚੋਣ ਲੜੀ। ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਇੱਕ ਛੋਟੀ ਚੀਜ਼ ਦੱਸਦਾ। ਕੈਪਟਨ ਅਮਰਿੰਦਰ ਸਿੰਘ ਲੰਬੀ ਵਿਧਾਨ ਸਭਾ ਦੇ ਵਿੱਚ ਜਦੋਂ ਸਾਡੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਜੀ ਜਿਹੜੇ ਕਿ ਹੁਣ ਇਸ ਵਕਤ ਸਵਰਗਵਾਸ ਹੋ ਚੁੱਕੇ ਨੇ, ਜਦੋਂ ਉਹਨਾਂ ਨੇ ਚੋਣ ਉੱਥੇ ਲੜਨ ਦਾ ਐਲਾਨ ਕੀਤਾ, ਅਰਵਿੰਦ ਕੇਜਰੀਵਾਲ ਜੀ ਨੇ ਲੰਬੀ ਦੇ ਵਿੱਚ ਸਾਡੀ ਇੱਕ ਰੈਲੀ ਹੋਈ ਸੀ, ਉਸ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਇਲੈਕਸ਼ਨ ਲੜਨ ਦਾ ਫੈਸਲਾ ਲਿਆ। ਸੁਖਬੀਰ ਬਾਦਲ ਦੇ ਖਿਲਾਫ ਸਾਡੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਜਦੋਂ ਇਲੈਕਸ਼ਨ ਲੜਨ ਦਾ ਉਹਨਾਂ ਨੇ ਐਲਾਨ ਕੀਤਾ, ਉੱਥੇ ਵੀ ਅਰਵਿੰਦ ਸਰ ਆਏ ਸੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਜਲਾਲਾਬਾਦ ਦੀ ਦਾਣਾ ਮੰਡੀ ਦੇ ਵਿੱਚ ਜਦੋਂ ਜਨਤਕ ਤੌਰ 'ਤੇ ਐਲਾਨ ਕੀਤਾ, ਉਸ ਤੋਂ ਬਾਅਦ ਰਵਨੀਤ ਬਿੱਟੂ ਜਿਹੜੇ MP ਨੇ ਉਹ ਜਲਾਲਾਬਾਦ ਦੇ ਵਿੱਚ ਆਏ। ਕੈਪਟਨ ਅਮਰਿੰਦਰ ਸਿੰਘ ਔਰ ਰਵਨੀਤ ਬਿੱਟੂ, ਕਿਉਂਕਿ ਦੋਨੋਂ ਪੰਜਾਬ ਦੇ ਕੱਦਾਵਰ ਨੇਤਾ ਨੇ, ਇੱਕ ਵੱਡਾ ਨਾਮ ਹੈ। ਰਵਨੀਤ ਬਿੱਟੂ ਸਰਦਾਰ ਬਿਆਨ ਸਿੰਘ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਸੀ ਉਹਨਾਂ ਦੇ ਪੋਤਰਾ ਨੇ, ਔਰ ਇਹ ਦੋਨਾਂ ਨੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ, ਇਹਨਾਂ ਨੂੰ ਹਰਾਉਣ ਲਈ ਜਾਂ ਇਹਨਾਂ ਨਾਲ ਲੜਨ ਦੇ ਇਰਾਦੇ ਨਾਲ ਨਹੀਂ ਉਤਰੇ ਸੀ, ਸਿਰਫ ਔਰ ਸਿਰਫ ਇਹਨਾਂ ਨੂੰ ਬਚਾਉਣ ਲਈ ਔਰ ਆਮ ਆਦਮੀ ਪਾਰਟੀ ਦੇ ਕਦਮ ਰੋਕਣ ਲਈ ਇਹਨਾਂ ਨੇ ਉੱਥੇ ਨਾਮਜ਼ਦਗੀਆਂ ਭਰੀਆਂ ਸੀ। ਯਾਨੀ ਕਿ ਉਹ ਕਹਾਵਤ ਸੱਚ ਹੁੰਦੀ ਆ ਭਗਵੰਤ ਮਾਨ ਵਾਲੀ ਕਿ ਇਹ ਦੋਨੇ ਚੱਕੀ ਦੇ ਪੁੜ ਨੇ, ਯੈਸ, ਉੱਪਰ ਔਰ ਥੱਲੇ, ਕਦੇ ਉਹ ਉੱਪਰ ਉਹ ਥੱਲੇ। ਪਰ ਕੀ ਦੇਖਿਆ ਜਾਂਦਾ, ਪਿਛਲੀ ਕਾਂਗਰਸ ਸੀ, ਜਿਵੇਂ ਹੁਣ ਕੈਪਟਨ ਦੇ ਇਲੈਕਸ਼ਨ ਲੱਗ ਰਿਹਾ, ਕੀ ਲੱਗਦਾ ਹੁਣ ਅਕਾਲੀ ਦਲ ਉੱਪਰ ਆਊਗੀ ਜਾਂ ਆਮ ਆਦਮੀ ਪਾਰਟੀ ਆਊਗੀ? ਆਪਸ਼ਨ ਕੀ ਆ ਲੋਕਾਂ ਕੋਲੇ? ਦੇਖੋ, ਅਕਾਲੀ ਦਲ ਸਭ ਤੋਂ ਪਹਿਲਾਂ ਬੇਅਦਬੀ ਦਾ ਜਿਹੜਾ ਇਹ ਭਾਗੀ ਜਿਹੜੀ ਘਟਨਾ ਹੋਈ ਹੈ, ਬੇਅਦਬੀ ਨਾਲ ਜੁੜੀ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ, ਇਹ ਬਹੁਤ ਹੀ ਸੈਂਸਿਟਿਵ ਮੁੱਦਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ। ਲੋਕਾਂ ਨਾਲ ਡਾਇਰੈਕਟ ਦਿਲਾਂ ਨਾਲ ਜੁੜਿਆ ਹੋਇਆ ਹੈ, ਭਾਵਨਾਵਾਂ ਨਾਲ ਜੁੜਿਆ ਹੈ। 2015 ਦੇ ਵਿੱਚ ਜਦੋਂ ਇਹ ਬੇਅਦਬੀ ਕਾਂਡ ਹੋਇਆ ਜਾਂ ਮਹਾਰਾਜ ਦੇ ਸਵਰੂਪ ਚੋਰੀ ਹੋਏ ਜਾਂ ਬਹਿਬਲ ਕਲਾਂ ਬਰਗਾੜੀ ਔਰ ਉਸ ਤੋਂ ਬਾਅਦ ਜਿਹੜਾ ਕੋਟਕਪੂਰਾ ਗੋਲੀ ਕਾਂਡ ਹੋਇਆ, ਉਦੋਂ ਸਰਕਾਰ ਕਿਹਨਾਂ ਦੀ ਸੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ। ਹੋਮ ਮਿਨਿਸਟਰ ਕੌਣ ਸੀ? ਸਰਦਾਰ ਸੁਖਬੀਰ ਸਿੰਘ ਬਾਦਲ। ਐਂਟਾਇਰ ਜਿਹੜੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਕਿਹਨਾਂ ਦੇ ਥੱਲੇ ਸੀ? ਇਹਨਾਂ ਦੇ ਥੱਲੇ।
ਉਹ ਇਨਵੈਸਟੀਗੇਸ਼ਨ ਜਿਹੜੀਆਂ ਹੋਈਆਂ ਇਹਨਾਂ ਨੇ ਉਹਨੂੰ ਇਫੈਕਟ ਕੀਤਾ, ਕਿਉਂਕਿ ਸਿਆਸੀ ਅਸਰ ਰਸੂਖ ਸੀ। ਉਹ ਸੱਚਾਈ ਨਾ ਤਾਂ ਬਾਦਲ ਸਾਹਿਬ ਦੇ ਟਾਈਮ, ਕਿਉਂਕਿ 2015 ਦੇ ਵਿੱਚ ਹੋਇਆ ਸੀ, 2017 ਦੇ ਇਲੈਕਸ਼ਨ ਸੀ, 2 ਸਾਲ ਬਾਦਲ ਸਾਹਿਬ ਕੋਲ ਵੀ ਸੀ, ਲੇਕਿਨ ਉਹ ਸੱਚਾਈ ਲੋਕਾਂ ਦੇ ਸਾਹਮਣੇ ਨਹੀਂ ਆਈ। 17 ਤੋਂ ਬਾਅਦ 17 ਦੀਆਂ ਚੋਣ ਕੰਪੇਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਪਬਲਿਕਲੀ ਔਰ ਪ੍ਰੈਸ ਦੇ ਵਿੱਚ ਵੀ ਇਹ ਵਿਦ ਹੱਥ ਖੜਾ ਕਰਕੇ ਕਹਿੰਦਾ ਸੀ ਵੀ ਇਹ ਬੇਅਦਬੀਆਂ ਕਿਹਨਾਂ ਨੇ ਕਰਾਈਆਂ, ਬਾਦਲਾਂ ਨੇ ਕਰਾਈਆਂ। ਸਰਕਾਰ ਆਂਦੇ ਹੋ ਮੈਂ ਇਹਨਾਂ ਨੂੰ ਦੇਖੂੰਗਾ, ਮੈਂ ਇਹਨਾਂ ਨੂੰ ਡੱਕੂੰਗਾ, ਲੇਕਿਨ ਜਦੋਂ ਸਰਕਾਰ 2017 ਦੇ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਦੀ ਬਣੀ, ਉਸ ਤੋਂ ਬਾਅਦ ਇਹ ਕੁੰਭਕਰਨੀ ਨੀਂਦ ਸੋ ਗਏ। ਜੇ ਤੁਹਾਡੀ ਸਰਕਾਰ ਬਣ ਜਾਂਦੀ ਆ, ਬੇਅਦਬੀ ਵਾਲੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ? ਬਿਲਕੁਲ ਮਿਲੇਗੀ। ਕਿਹੜੇ ਦੋਸ਼ੀ ਨੇ ਉਹ? ਬਿਲਕੁਲ ਮਿਲੇਗੀ। ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ। ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਫੈਸਲਾ, ਜਿਹੜੀ ਉਹ ਸਿੱਟ ਦੀ ਰਿਪੋਰਟ ਹਾਈ ਕੋਰਟ ਨੇ ਚੈਲੰਜ, ਇਹਨਾਂ ਨੇ ਗੁਰਦੀਪ ਸਿੰਘ ਜਿਹੜਾ ਇੰਸਪੈਕਟਰ ਸੀ ਜਿਹਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਸੀ, ਉਹ ਗੁਰਦੀਪ ਸਿੰਘ ਇੱਕ ਜ਼ਰੀਆ ਸੀ ਔਰ ਅਸਲ ਦੋਸ਼ੀਆਂ ਨੂੰ ਬਚਾਉਣ ਲਈ। ਔਰ ਉਸ ਕੇਸ ਦੇ ਵਿੱਚ ਪੰਜਾਬ ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆ ਵਕੀਲ ਸਾਹਿਬਾਨਾਂ ਦੀ ਜਿਹੜੀ ਫੌਜ ਬਣੀ ਹੋਈ ਹੈ, ਐਡਵੋਕੇਟ ਅਤੁਲ ਨੰਦਾ ਜਿਹੜੇ ਉਹਦੇ 'ਚ ਹੈਗੇ ਨਾ, ਇਹਨਾਂ ਦੀ ਨਲਾਇਕੀ ਬਿਲਕੁਲ ਨਿਕਲ ਕੇ ਸਾਹਮਣੇ ਆਈ ਹੈ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ, ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਔਰ ਇਹਨਾਂ ਨੇ ਦੱਸਿਆ ਸੀ ਕਿ 25-25 ਲੱਖ ਰੁਪਈਆ ਇੱਕ ਦਿਨ ਦਾ ਖਰਚਾ ਸਰਕਾਰੀ ਆਪਣੇ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਦਿੱਲੀ ਤੋਂ ਆਈ ਵਕੀਲਾਂ ਦੀ ਟੀਮ ਨੂੰ ਦਿੱਤਾ ਗਿਆ, ਲੇਕਿਨ ਜੋ ਕੰਮ ਦੀ ਗੱਲ ਸੀ ਉਹ ਕਿਤੇ ਨਹੀਂ ਹੋਈ। ਔਰ ਐਡਵੋਕੇਟ ਜਨਰਲ ਅਤੁਲ ਨੰਦਾ ਜਿਸ ਦਿਨ ਵੀ ਹੀਅਰਿੰਗ ਹੁੰਦੀ ਸੀ, ਇਹ ਉਸ ਹੀਅਰਿੰਗ ਵਾਲੇ ਦਿਨ ਇਹ ਛੁੱਟੀ 'ਤੇ ਹੁੰਦੇ ਸੀ। ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਕੇਜਰੀਵਾਲ ਆ, ਉਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ। ਰਾਜਨੀਤੀ ਥੋੜ੍ਹੀ ਬਹੁਤੀ ਕਰਨੀ ਆਉਂਦੀ ਆ, ਪਰ ਪੂਰੀ ਨਹੀਂ ਕਰਨੀ ਆਉਂਦੀ। ਕਿਉਂ? ਉਹਨਾਂ ਨੂੰ ਲੋਕਾਂ ਦੇ ਮੇਨ ਮੁੱਦਿਆਂ ਨੂੰ ਛੱਡ ਕੇ, ਜਦੋਂ ਲਾਈਟ ਦੀ ਪ੍ਰੋਬਲਮ ਆਈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਧਰਨੇ ਲੱਗਣੇ ਸ਼ੁਰੂ ਹੋਏ, ਤੇ ਇੱਕਦਮ ਉੱਥੋਂ ਫਲਾਈਟ 'ਚ ਆਉਂਦੇ ਆ, ਗੱਡੀ 'ਚ ਆਉਂਦੇ ਆ, ਚੰਡੀਗੜ੍ਹ ਆ ਕੇ ਅਨਾਉਂਸ ਕਰ ਦਿੰਦੇ ਆ ਜੀ 300 ਯੂਨਿਟ ਮਾਫ। 200 ਯੂਨਿਟ ਤਾਂ ਪਹਿਲਾਂ ਪੁਰਾਣੇ ਸਮੇਂ ਤੋਂ ਸਰਕਾਰ ਨੇ ਮਾਫ ਕੀਤੀ ਆ। ਕਿ ਇੰਨੇ ਕੀ ਸਵਾਲ ਨਾਲ, ਇੰਨੇ ਕੀ ਜਵਾਬ ਨਾਲ ਕੀ ਸਰਕਾਰ ਆਪਣੀ ਪਾਰਟੀ ਇੱਥੇ ਪਾਰਟੀ ਜਿਹੜੀ ਉਹ ਸਰਕਾਰ ਆਪਣੀ ਇੱਥੇ ਬਣਾ ਪਾਊਗੀ? ਕੀ ਲੱਗਦਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਯਕਦਮ ਆ ਕੇ ਇਹਨਾਂ ਨੇ ਕਾਲੀ ਦੇ ਵਿੱਚ ਆ ਕੇ 300 ਯੂਨਿਟ ਮਾਫ ਕੀਤੀ? ਮੈਂ ਤੁਹਾਨੂੰ ਇੱਕ ਦੱਸਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ, ਵੀ ਇਹ ਕੋਈ ਇਮੀਡੀਏਟ ਡੈਕਲੇਰੇਸ਼ਨ ਨਹੀਂ ਸੀ। ਇਹ ਜੋ 300 ਯੂਨਿਟ ਪਰ ਮਹੀਨਾ ਮਾਫੀ ਦਿੱਤੀ ਹੈ, ਇਹਦਾ ਆਲਰੇਡੀ ਬਲੂ ਪ੍ਰਿੰਟ ਪਹਿਲਾਂ ਹੀ ਤਿਆਰ ਸੀ ਔਰ ਉਸ ਤੋਂ ਬਾਅਦ ਇਹਦਾ ਰੋਡ ਮੈਪ ਵੀ ਤਿਆਰ ਹੈ। ਇਹ ਸਟੈਪ ਬਾਈ ਸਟੈਪ ਚੱਲਿਆ। ਤੁਸੀਂ ਵੇਖੋ, ਮਤਲਬ ਇਹ ਆ ਮੌਕੇ ਤੇ ਗਿਆ? ਨਹੀਂ, ਇਹ ਪੁਆਇੰਟ ਮੌਕੇ ਤੇ ਸੱਟ ਮਾਰੀ ਗਈ ਹੈ। ਮੌਕੇ ਤੇ ਨਹੀਂ ਜੀ। 6 ਮਹੀਨੇ ਇਲੈਕਸ਼ਨ ਦੇ ਵਿੱਚ ਰਹਿ ਗਏ ਔਰ ਅਸੀਂ ਇਲੈਕਸ਼ਨ 'ਚ ਜਾ ਰਹੇ ਹਾਂ। ਅਸੀਂ ਆਪਦੀ ਵਿਦ ਪੂਰੀ ਤਿਆਰੀ ਨਾਲ ਜਾ ਰਹੇ ਹਾਂ ਔਰ ਸਟੈਪ ਬਾਈ ਸਟੈਪ ਸ਼ਾਇਦ ਹਰ ਇੱਕ ਮਹੀਨੇ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਆਉਣਗੇ ਔਰ ਜਿਹੜੇ ਮੇਨ ਮੁੱਦਿਆਂ ਦੇ ਉੱਤੇ ਅਸੀਂ ਲੋਕਾਂ ਨੂੰ ਰਾਹਤ ਦੇਣੀ ਹੈ ਜਾਂ ਲੋਕਾਂ ਨੂੰ ਬੈਨੀਫਿਟਸ ਦੇਣਾ, ਉਹਦੀ ਡੈਕਲੇਰੇਸ਼ਨ ਕੇਜਰੀਵਾਲ ਸਰ ਹਰ ਮਹੀਨੇ ਆ ਕੇ ਕਰਨਗੇ ਔਰ ਹਰ ਮਹੀਨੇ ਗਾਰੰਟੀ ਮਿਲੇਗੀ। ਮੁਫਤ ਬਿਜਲੀ ਦਾ ਜਿਹੜਾ ਅਰਵਿੰਦ ਸਰ ਨੇ ਐਲਾਨ ਕੀਤਾ ਹੈ, ਇਹ ਇਲੈਕਸ਼ਨ ਪ੍ਰੋਮਿਸ ਨਹੀਂਗਾ, ਇਹ ਚੁਣਾਵੀ ਵਾਅਦਾ ਨਹੀਂਗਾ, ਇਹ ਪੰਜਾਬ ਨਾਲ ਪਹਿਲੀ ਗਰੰਟੀ ਹੈ। ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜਿਸ ਦਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਸਮਾਗਮ ਹੋਏਗਾ। ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਸਟੈਪ ਹੋਏਗਾ, ਉਹ ਪਹਿਲੇ ਦਿਨ 300 ਯੂਨਿਟ ਵਾਲੀ ਜਿਹੜੀ ਬਿਜਲੀ ਮਾਫ ਕੀਤੀ ਹਰ ਮਹੀਨੇ, ਇਹਦੀ ਆਫੀਸ਼ੀਅਲੀ ਡਿਕਲੇਰੇਸ਼ਨ ਹੋਏਗੀ। ਅਕਾਲੀ ਦਲ ਤੇ ਕਾਂਗਰਸ ਜਿਵੇਂ ਚੱਕੀ ਦੇ ਪੁੜ ਦੀ ਗੱਲ ਕੀਤੀ, ਉਹ ਦੋਨੋਂ ਪੁੜ ਇੰਨੇ ਕੁ ਸਟਰੋਂਗ ਬਣੇ ਪਏ ਆ ਪਿਛਲੇ ਲੰਬੇ ਸਮੇਂ ਤੋਂ। ਕੀ ਲੱਗਦਾ ਉਹ ਦਾਲ ਗਣਨ ਦੇਣਗੇ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ? ਦੇਖੋ ਜੀ, ਅਕਾਲੀ ਦਲ ਔਰ ਕਾਂਗਰਸ, ਆਮ ਆਦਮੀ ਪਾਰਟੀ ਦੀ ਦਾਲ ਗਲੇਗੀ ਜਾਂ ਨਹੀਂ ਗਲੇਗੀ, ਇਹਨਾਂ ਦੇ ਹੱਥ ਨਹੀਂ ਰਿਹਾ ਹੁਣ। ਇਹ ਹੁਣ ਜਨਤਾ ਦੇ ਹੱਥ 'ਚ, ਔਰ ਜਨਤਾ ਹੁਣ ਸਿਆਣੀ ਹੋ ਚੁੱਕੀ, ਜਨਤਾ ਵੇਖ ਚੁੱਕੀ ਹੈ। ਅਸੀਂ ਪਿੰਡਾਂ 'ਚ ਜਾਂਦੇ ਹਾਂ, ਪਿੰਡਾਂ ਦੇ ਵਿੱਚ ਲੋਕ ਗੱਲ ਕਰਦੇ ਨੇ ਵੀ ਇਸ ਵਾਰੀ ਜਿਹੜਾ ਮੌਕਾ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਦੇਵਾਂਗੇ, ਕਿਉਂਕਿ ਪਿਛਲੇ 70-72 ਸਾਲ ਤੋਂ ਤਾਂ ਇਹਨਾਂ ਨੇ ਵੇਖ ਲਿਆ ਜੋ ਆਸਾਂ ਮੁਰਾਦਾਂ ਉਹਨਾਂ ਦੀਆਂ 70-72 ਸਾਲਾਂ ਦੇ ਵਿੱਚ ਨਾ ਪੂਰੀਆਂ ਹੋ ਸਕਣ ਤਾਂ ਉਹ ਹੁਣ ਲੋਕ ਕਹਿੰਦੇ ਨੇ ਵੀ ਕੋਈ ਨਹੀਂ, ਇੱਕ ਮੌਕਾ ਅਸੀਂ ਦੇ ਕੇ ਦੇਖਦੇ। ਜੇ ਇਹਨਾਂ ਤੋਂ ਵੀ ਨਹੀਂ ਕਿਹਾ, ਜੇ ਸਾਡਾ ਕੋਈ ਨਾ ਸਬਰਿਆ ਜਾਂ ਇਹਨਾਂ ਤੋਂ ਵੀ ਸਾਡਾ ਕੁਝ ਨਾ ਪੜਾ ਹੋਇਆ, ਫਿਰ ਉਹ ਤਾਂ ਬੈਠੇ ਹੀ ਨੇ। ਤੁਹਾਡੇ ਜਵਾਬ ਦੇ ਵਿੱਚੋਂ ਹੀ ਸਵਾਲ ਨਿਕਲਿਆ ਕਿ ਦਾਅਵੇਦਾਰ ਤੁਸੀਂ ਤਿੰਨ ਹੋ, ਫਿਰੋਜ਼ਪੁਰ ਤੋਂ ਆਸ਼ੂ ਬੰਗੜ ਤੁਸੀਂ ਹੋ ਐਂਡ ਮੋੜਾ ਸਿੰਘ ਅੰਜ਼ਾਰਾ, ਇੱਕ ਮੈਡਮ ਸਾਡੀ ਮਨਪ੍ਰੀਤ, ਚਾਰ ਕੈਂਡੀਡੇਟ ਹੋ। ਅਗਰ ਟਿਕਟ ਇੱਕ ਕੈਂਡੀਡੇਟ ਨੂੰ ਮਿਲਦੀ ਆ, ਆਪਾਂ ਨਾਮ ਨਹੀਂ ਲੈਂਦੇ, ਚਾਰਾਂ 'ਚੋਂ ਇੱਕ ਨੂੰ ਮਿਲਦੀ ਆ, ਕਿ ਬਾਕੀ ਤਿੰਨ ਨਾਲ ਖੜਨਗੇ? ਦੇਖੋ ਜੀ, ਸਾਨੂੰ ਚਾਰਾਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ। ਨਹੀਂ, ਖੜਨਾ ਚਾਹੀਦਾ ਤਾਂ ਠੀਕ ਹੈ,
ਤੁਹਾਡੀ ਰਾਏ ਕੀ ਹੈ ਕਿ ਵਾਕਈ ਤੁਸੀਂ ਖੜੋਗੇ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ 2014 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸਤਨਾਮਪਾਲ ਕੰਬੋਜ ਜੀ MP ਦਾ ਇਲੈਕਸ਼ਨ ਲੜੇ ਸੀ, ਮੈਂ ਪਾਰਟੀ ਨੂੰ ਉਦੋਂ ਸਪੋਰਟ ਕੀਤਾ ਸੀ, ਬਟ ਆਈ ਵਾਸ ਨਾਟ ਆਫੀਸ਼ੀਅਲੀ ਜੁਆਇਨਡ ਵਿਦ ਦਾ ਪਾਰਟੀ। ਮੈਂ ਉਦੋਂ ਪਾਰਟੀ 'ਚ ਆਫੀਸ਼ੀਅਲੀ ਨਹੀਂ ਸੀਗਾ। 2015 ਦੇ ਵਿੱਚ ਮੈਂ ਪਾਰਟੀ ਨੂੰ ਆਫੀਸ਼ੀਅਲੀ ਜੁਆਇਨ ਕੀਤਾ ਔਰ 2015 ਤੋਂ ਬਾਅਦ ਮੈਂ ਪਾਰਟੀ ਲਈ ਲਗਾਤਾਰ ਕੰਮ ਕੀਤਾ। 16 ਦੀ ਅਸੀਂ ਮਾਗੀ ਜਿਹੜਾ ਕਾਨਫਰੰਸ ਹੋਈ ਸੀ, 17 ਤੁਸੀਂ ਦਾਅਵਾ ਵੀ ਕੀਤਾ ਸੀ ਟਿਕਟ ਦਾ। ਹਾਂ, ਔਰ ਮੈਂ ਉਸ ਤੋਂ ਬਾਅਦ 2017 ਦੇ ਇਲੈਕਸ਼ਨਾਂ ਲਈ ਮੈਂ ਕਲੇਮ ਕੀਤਾ ਸੀ, ਮੈਂ ਟਿਕਟ ਮੰਗੀ ਸੀ। ਸਾਡੇ ਪੰਕਜ ਰੰਗਾ ਉਦੋਂ ਆਬਜ਼ਰਵਰ ਹੋਇਆ ਕਰਦੇ ਸੀ ਔਰ ਇਹ ਗੱਲ ਉਹਨਾਂ ਨੂੰ ਵੀ ਪਤਾ ਸੀ ਔਰ ਮੇਰੇ ਨਾਲ ਦੇ ਨਾਲ ਅਸੀਂ ਉਸ ਟਾਈਮ ਦਿਹਾਤੀ ਦੇ ਵਿੱਚ ਰਾਉਂਡ ਅਬਾਊਟ ਕੋਈ 20-22 ਉਮੀਦਵਾਰ ਸੀਗੇ। ਲੇਕਿਨ ਚਲੋ ਪਾਰਟੀ ਦੇ ਵਿੱਚ ਸਰਦਾਰ ਮੋਹਨ ਸਿੰਘ ਫਲੀਆਂਵਾਲਾ ਸਾਬਕਾ MP ਸਾਹਿਬ ਜਿਹੜੇ ਪਾਰਟੀ ਜੁਆਇਨ ਕੀਤੀ, ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜ਼ਿਆ। ਮੈਂ ਉਸ ਦਿਨ ਵੀ ਫਰੋਮ ਦਾ ਵੈਰੀ ਫਸਟ ਡੇ ਜਿਸ ਦਿਨ ਉਹ ਆਏ ਸੀ, ਉਸ ਦਿਨ ਤੋਂ ਲੈ ਕੇ ਅਖੀਰ ਦੇ ਇਲੈਕਸ਼ਨ ਤੱਕ ਅਸੀਂ ਉਹਨਾਂ ਦੇ ਨਾਲ ਰਹੇ ਹਾਂ, ਕੰਪੇਨ ਕੀਤੀ ਹੈ। ਮੈਂ ਉਦੋਂ ਵੀ ਖੜਾ ਸੀ, ਮੈਂ ਅੱਜ ਵੀ 2022 ਦੇ ਵਿੱਚ ਪਾਰਟੀ ਤੋਂ ਟਿਕਟ ਕਲੇਮ ਬਹੁਤ ਸਾਰੇ ਬੰਦੇ ਭੱਜ ਗਏ ਸੀ ਉਦੋਂ ਬਹੁਤ ਭੱਜੇ ਜੀ। ਫਿਰੋਜ਼ਪੁਰ ਜੇ ਮੈਂ ਦਿਹਾਤੀ ਦੀ ਗੱਲ ਕਰਾਂ, ਉਦੋਂ ਸਾਡੇ ਭਜਨ ਸਿੰਘ ਛਾਨ ਵੀ ਹੁੰਦੇ ਸੀਗੇ ਔਰ ਸਾਡੇ ਜੰਗੀਰ ਸਿੰਘ ਹਜ਼ਾਰਾ ਸੀ, ਬਗੀਚਾ ਸਿੰਘ ਸੀ ਔਰ ਕਿਸ਼ਨ ਸੀ, ਬਹੁਤ ਸਾਰੇ ਸਾਥੀ ਸੀਗੇ ਤੇ ਕੁਝ 2-3 ਜਣੇ ਰਹਿ ਗਏ ਸੀ, ਬਾਕੀ ਭੱਜ ਗਏ ਸੀਗੇ। ਜਿਹੜੇ ਰਹਿ ਗਏ ਸੀ ਉਹ ਬਿਲਕੁਲ ਸਾਇਲੈਂਟ ਹੋ ਗਏ ਸੀਗੇ। ਔਰ 2022 ਦੇ ਵਿੱਚ ਵੀ ਪਾਰਟੀ ਜੇ ਮੈਨੂੰ ਟਿਕਟ ਦੇ ਕੇ ਨਵਾਜ਼ਦੀ ਹੈ ਤੇ ਮੈਂ ਤਨ ਜਿੰਨਾ ਕੁ ਮੈਂ ਜੋਗਾ ਹੈਗਾ, ਮੈਂ ਇਲਾਕੇ ਦੀ ਸੇਵਾ ਲਈ, ਮੈਂ ਪਾਰਟੀ ਦੀ ਸੇਵਾ ਲਈ ਦਿਨ ਰਾਤ ਕਰੂੰਗਾ। ਔਰ ਜੇ ਪਰਮਾਤਮਾ ਨਾ ਕਰੇ ਕਿਸੇ ਕਾਰਨ ਵਸ਼ ਜੇ ਮੈਨੂੰ ਟਿਕਟ ਨਹੀਂ ਮਿਲਦੀ ਜਾਂ ਕੋਈ ਵੀ ਉਮੀਦਵਾਰ ਆਂਦਾ ਤੇ ਜੋ ਮਿਹਨਤ ਮੈਂ ਆਪਦੇ ਲਈ ਕਰਨੀ ਹੈ ਉਹੀ ਮਿਹਨਤ ਮੈਂ ਉਹਨਾਂ ਲਈ ਵੀ ਕਰਾਂਗਾ। ਮਤਲਬ ਨਾਲ ਜੁੜ ਕੇ ਇਕੱਠੀ ਟੀਮ ਬਣਾ ਕੇ। ਬਿਲਕੁਲ ਕਿਉਂਕਿ ਸਾਡਾ ਮੋਟਿਵ, ਸਾਡਾ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਾ ਹੈ। ਸਾਡੇ ਨਿੱਜੀ ਸਵਾਰਥ ਅੱਜ ਦੀ ਡੇਟ ਦੇ ਵਿੱਚ ਕਿਤੇ ਵੀ ਨਹੀਂ ਹੈਗੇ, ਕਿਉਂਕਿ ਜੇ ਸਰਕਾਰ ਹੈ ਤਾਂ ਸਰਕਾਰ ਦੇ ਨਾਲ ਅਸੀਂ ਹਾਂ, ਜੇ ਸਰਕਾਰ ਨਹੀਂ ਹੈ ਤਾਂ ਫਿਰ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਬਿਲਕੁਲ। ਆਪਾਂ ਫਿਰੋਜ਼ਪੁਰ ਦਿਹਾਤੀ 'ਚ ਵਾਪਸ ਆਉਣੇ ਆ। ਫਿਰੋਜ਼ਪੁਰ ਦਿਹਾਤੀ ਵਾਸਤੇ ਤੁਸੀਂ ਲੜ ਰਹੇ ਹੋ, ਟਿਕਟ ਦਾ ਦਾਅਵਾ ਕਰ ਰਹੇ ਹੋ। ਫਿਰੋਜ਼ਪੁਰ ਦਿਹਾਤੀ 'ਚ ਪਿਛਲੇ 5 ਸਾਲ 4.5 ਸਾਲ ਹੋ ਚੁੱਕੇ ਆ, ਮੌਜੂਦਾ ਵਿਧਾਇਕਾ ਦੀ ਸਰਕਾਰ ਆ ਮੈਡਮ ਦੀ, ਕਾਂਗਰਸ ਦੀ। ਕਿੰਨਾ ਕੁ ਵਿਕਾਸ ਹੋਇਆ, ਕੀ ਲੱਗਦਾ? ਤੁਸੀਂ ਵੀ ਪਿੰਡਾਂ ਜਾਂਦੇ ਹੋ, ਦੇਖਦੇ ਹੋ। ਸਹੀ ਪੁੱਛੋ ਤਾਂ ਨਾ, ਸਹੀ ਦੱਸਿਓ। ਹਾਂ, ਮੈਂ ਬਿਲਕੁਲ ਸਹੀ ਦੱਸੂੰ। ਮੈਂ ਤਕਰੀਬਨ ਫਿਰੋਜ਼ਪੁਰ ਦਿਹਾਤੀ ਦੇ 220-22 ਪਿੰਡ ਨੇ, ਸਾਡੇ 236 ਬੂਥ ਨੇ ਔਰ ਰਾਉਂਡ ਅਬਾਊਟ ਮੈਂ ਹੁਣ ਤੱਕ 180-85 ਪਿੰਡਾਂ ਦੇ ਵਿੱਚ ਮੈਂ ਬਾਈ ਪਰਸਨਲੀ ਵਿਜ਼ਿਟ ਕਰਕੇ, ਭਾਵੇਂ ਉਹ ਮਮਦੋਟ ਏਰੀਆ ਹੋਵੇ, ਭਾਵੇਂ ਤਲਵੰਡੀ ਪਾਈ ਹੋਵੇ, ਬੁੱਧਕੀ ਹੋਵੇ, ਕੁਲਗੜੀ ਬਲਾਕ ਹੋਵੇ, ਸਾਡਾ ਕਲਖੁਰਦ ਬਲਾਕ ਹੋਵੇ, ਮੈਂ ਜਾ ਚੁੱਕਿਆ। ਲੇਕਿਨ ਜੋ ਵਿਕਾਸ ਦੀਆਂ ਗੱਲਾਂ ਕੈਪਟਨ ਸਰਕਾਰ ਜਾਂ ਸਾਡੇ ਲੋਕਲ MLA ਸਾਹਿਬ ਕਰ ਰਹੇ ਨੇ, ਮੈਂ ਉਹ ਵਿਕਾਸ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ। ਹੋ ਸਕਦਾ ਵੀ ਜਿਵੇਂ ਮਿਸਟਰ ਇੰਡੀਆ ਇੱਕ ਫਿਲਮ ਆਈ ਸੀ, ਮਿਸਟਰ ਇੰਡੀਆ ਫਿਲਮ ਦੇ ਵਿੱਚ ਇੱਕ ਚਸ਼ਮਾ ਹੁੰਦਾ ਸੀ, ਉਹ ਮਿਸਟਰ ਇੰਡੀਆ ਉਸੇ ਨੂੰ ਦਿਸਦਾ ਸੀ ਜਿਹੜਾ ਉਹ ਚਸ਼ਮਾ ਲਗਾ ਲੈਂਦਾ ਸੀ। ਮੈਨੂੰ ਲੱਗਦਾ ਇਹਨਾਂ ਕੋਲ ਉਹ ਚਸ਼ਮਾ ਹੈ ਕਿ ਜਿਹੜਾ ਉਹ ਉਹਨਾਂ ਦੇ MLA ਸਾਹਿਬ ਜਾਂ ਮਿਨਿਸਟਰ ਸਾਹਿਬ ਉਹਨੂੰ ਚਸ਼ਮਾ ਲਗਾ ਲੈਂਦੇ ਨੇ ਤਾਂ ਉਹਨਾਂ ਨੂੰ ਵਿਕਾਸ ਦਿਖ ਜਾਂਦਾ, ਉਹਨਾਂ ਨੂੰ ਵਿਕਾਸ ਦਿਖ ਜਾਂਦਾ। ਜਾਂ ਤਾਂ ਉਹੋ ਜਿਹਾ ਚਸ਼ਮਾ ਜਨਤਾ ਨੂੰ ਵੀ ਦੇਣ ਵੀ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਜਿਹੜਾ ਵਿਕਾਸ ਇਹਨਾਂ ਨੇ ਕਿਤੇ ਉਹ ਹੈ ਗਰਾਊਂਡ ਲੈਵਲ ਤੇ ਕਿਤੇ। ਕਾਗਜ਼ਾਂ 'ਚ ਹੋ ਗਿਆ ਵਾ ਤਾਂ ਉਹ ਕਾਗਜ਼ਾਂ ਦੇ ਵਿੱਚ ਤਾਂ ਫਿਰ ਕਾਗਜ਼ ਉਹੀ ਦੇਖਣਗੇ। ਲੇਕਿਨ ਅੱਜ ਵੀ ਪਿੰਡਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਨਹੀਂ ਹੈ। ਆਪਾਂ ਸੜਕਾਂ ਨੂੰ ਇੰਟਰਲੋਕਿੰਗ ਟਾਇਲ ਲੱਗੀਆਂ, ਇਹਨੂੰ ਵਿਕਾਸ ਨਹੀਂ ਕਹਿ ਸਕਦੇ। ਅਸੀਂ ਵਿਕਾਸ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਦੇਣ ਵਾਲੀਆਂ ਮੁੱਢਲੀਆਂ ਸਿਹਤ ਸੁਵਿਧਾਵਾਂ ਕਿੱਦਾਂ ਦੀਆਂ, ਐਜੂਕੇਸ਼ਨ ਸਿਸਟਮ ਸਾਡਾ ਕਿੱਦਾਂ। ਹੁਣ ਮੈਂ ਐਜੂਕੇਸ਼ਨ ਦੇ ਉੱਤੇ ਤੁਹਾਨੂੰ ਇੱਕ ਗੱਲ ਦੱਸੂੰਗਾ ਕਿ ਪਿਛਲੇ ਦਿਨੇ ਇੱਕ ਗ੍ਰੇਡਿੰਗ ਹੋਈ। ਉਹ ਗ੍ਰੇਡਿੰਗ ਜਿਹੜਾ ਕਹਿੰਦੇ ਵੀ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ A++ ਬਣ ਗਏ। ਇਹ ਜਿਹੜੀ ਗ੍ਰੇਡਿੰਗ ਹੈ ਇਹ ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇ ਕੇ ਔਰ ਸਿਰਫ 2022 ਨੂੰ ਮੁੱਖ ਰੱਖ ਕੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਐਜੂਕੇਸ਼ਨ ਮਾਡਲ ਨੂੰ ਥੱਲੇ ਦਿਖਾਉਣ ਵਾਸਤੇ ਇਹਨਾਂ ਨੇ ਉਹ ਪੰਜਾਬ ਦੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਔਰ ਜਿਹੜੇ ਦਿੱਲੀ ਮਾਡਲ ਨੂੰ ਇਹਨਾਂ ਨੇ ਡੀਗ੍ਰੇਡ ਕੀਤਾ। ਇੱਕ ਮੈਂ ਗੱਲ ਦੱਸਦਾ, ਕੀਤਾ ਨਹੀਂ ਇਹਨਾਂ ਨੇ, ਕਰਵਾਇਆ। ਜਿਹੜੇ ਟੀਚਰ ਉਹਨਾਂ ਦੀਆਂ ਸੈਲਰੀਆਂ 'ਚ ਹੀ ਕਰਵਾਇਆ ਗਿਆ, ਸਰਕਾਰ ਨੇ ਤਾਂ ਕੁਝ ਨਹੀਂ ਕੀਤਾ ਇਹਦੇ 'ਚ। ਹਾਂ, ਮੈਂ ਤੁਹਾਨੂੰ ਦੱਸਦਾ, ਦੇਖੋ ਪੰਜਾਬ ਦਾ ਟੀਚਰ ਸਾਹਿਬਾਨ ਜਿੰਨਾ ਵੀ ਸਕੂਲਾਂ ਦੇ ਵਿੱਚ ਉਹ ਬਹੁਤ ਹੀ ਲੈਬੋਰੀਅਸ ਹੈ, ਬਹੁਤ ਹੀ ਹਾਰਡ ਵਰਕਰ ਹੈ, ਉਹ ਪੜ੍ਹਾਉਣਾ ਚਾਹੁੰਦੇ ਨੇ। ਲੇਕਿਨ ਇਹਨਾਂ ਨੇ ਕਦੇ ਵੀ ਟੀਚਰ ਸਾਹਿਬਾਨ ਤੋਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਨਹੀਂ ਲਿਆ ਗਿਆ, ਕਿਉਂਕਿ ਮਿਡ ਡੇ ਮੀਲ ਲਾ ਲਓ ਜਾਂ ਹੋਰ ਕੰਮ ਲੈ ਲਓ, ਮਰਦਮਸ਼ੁਮਾਰੀ ਲੈ ਲਓ, ਉਹ ਟੀਚਰਸ ਨੂੰ ਹਮੇਸ਼ਾ ਇਹਨਾਂ ਨੇ ਉਲਝਾ ਕੇ ਰੱਖਿਆ। ਮੈਂ ਹੁਣ ਇੱਕ ਗੱਲ ਤੁਹਾਨੂੰ ਕਰੂੰਗਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜੀ ਗ੍ਰੇਡਿੰਗ ਸਿਸਟਮ ਹੋਈ ਹੈ ਜਾਂ ਜਿਹੜੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਨੇ ਜਾਂ ਸਕੂਲਾਂ ਦੇ ਵਿੱਚ ਦਿਖਾ ਰਹੇ ਨੇ, ਇਹ ਸਿਰਫ ਸਕੂਲ ਦਾ ਪੇਂਟ ਵਰਕ ਵਿਖਾ ਰਹੇ ਨੇ। ਲੇਕਿਨ ਅਰਵਿੰਦ ਕੇਜਰੀਵਾਲ ਨੇ ਪੜ੍ਹਾਈ ਦਿਖਾਈ ਹੈ, ਪੇਂਟ ਵਰਕ ਨਹੀਂ ਦਿਖਾਇਆ, ਪੜ੍ਹਾਈ ਵਿਖਾਈ ਹੈ। ਕਿਉਂਕਿ ਬੱਚਿਆਂ ਦਾ ਭਵਿੱਖ ਪੇਂਟ ਵਰਕ ਨਾਲ
ਪੇਂਟ ਵਰਕ ਨਾਲ ਸਟਰੋਂਗ ਨਹੀਂ ਹੋਣਾ, ਬੱਚਿਆਂ ਦਾ ਭਵਿੱਖ ਪੜ੍ਹਾਈ ਨਾਲ ਹੋਣਾ। ਬਿਲਕੁਲ। ਮੌਜੂਦਾ ਵਿਧਾਇਕਾਂ ਦੀ ਗੱਲ ਚੱਲ ਰਹੀ ਸੀ ਵਿੱਚ, ਵਿਕਾਸ ਤੁਸੀਂ ਕਿਹਾ ਵੀ ਨਹੀਂ ਦਿਖ ਰਿਹਾ ਇਹਨਾਂ ਕੋਲੇ, ਚਸ਼ਮਾ ਇੱਕ ਹਵਾਈ ਤੀਰ ਆ ਇਹਨਾਂ ਕੋਲੇ, ਜਿਹੜਾ ਛੱਡ ਦਿੰਦੇ ਆ ਉਹ ਸਾਰਿਆਂ ਨੂੰ ਲੱਗਦਾ ਵੀ ਵਿਕਾਸ ਹੀ ਵਿਕਾਸ ਆ, ਹੈ ਨਾ। ਜਿਵੇਂ ਪੁਰਾਣੀਆਂ ਆਪਾਂ ਟੀਵੀ 'ਤੇ ਸੀਰੀਅਲ ਦੇਖਦੇ ਸੀ, ਇੱਕ ਤੀਰ ਇੱਧਰੋਂ ਛੱਡਿਆ ਜਾਂਦਾ ਸੀ, ਉਹ ਦੀਂਦਾ ਸੀਗਾ ਤੇ ਇੱਕ ਤੀਰ ਅੱਗੋਂ ਆਉਂਦਾ ਸੀ। ਉਸ ਤਰ੍ਹਾਂ ਦੀਆਂ ਇਹਨਾਂ ਕੋਲੇ ਸ਼ਕਤੀਆਂ ਨੇ ਸ਼ਾਇਦ ਲੋਕਾਂ ਨੂੰ ਵਿਖਾਉਣ ਲਈ, ਹੈ ਨਾ, ਵੀ ਆਹ ਦੇਖੋ ਤੁਸੀਂ ਵਿਕਾਸ ਹੋਇਆ ਪਿਆ। ਮਤਲਬ ਜਦੋਂ ਇਹ ਦਿਖਾਉਣਾ ਚਾਹੁੰਦੇ ਉਦੋਂ ਲੋਕ ਦੇਖਦੇ। ਦੇਖੋ ਲੋਕਾਂ ਨੂੰ ਡਰ ਵੀ ਹੁੰਦਾ, ਕਿਉਂਕਿ ਇੱਕ MLA ਦੀ ਪਾਵਰ ਵੀ ਹੁੰਦੀ ਆ। ਲੋਕ ਡਰਦੇ ਆ, ਲੋਕ ਨਹੀਂ ਬੋਲਦੇ ਕਿ ਸਾਡੇ 'ਤੇ ਕੋਈ ਪਰਚਾ ਪਾ ਦਿੱਤਾ ਜਾਊਗਾ ਜਾਂ ਸਾਡੇ 'ਤੇ ਕੋਈ ਐਕਸ਼ਨ ਆ ਜਾਊਗਾ। ਲੋਕ ਡਰਦੇ ਆ। ਅੱਜ ਦੀ ਮੈਂ ਗੱਲ ਕਰਦਾ, ਅੱਜ ਹੀ ਸਵੇਰੇ ਇੱਕ ਪਰਿਵਾਰ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਸਾਡੇ ਕੋਲੇ ਜਿੰਦੂ ਵੀ ਪਹੁੰਚਿਆ, ਸਾਡੇ ਕੋਲੇ ਮੌਜੂਦਾ ਵਿਧਾਇਕਾ ਵੀ ਪਹੁੰਚੀ ਆ। ਉਹਨਾਂ ਦਾ ਬਿਲਕੁਲ ਕੱਚਾ ਕਮਰਾ, ਇਹ ਨਹੀਂ ਛੱਤ ਕੱਚੀ, ਬਿਲਕੁਲ ਮਿੱਟੀ ਵਾਲਾ ਕਮਰਾ, ਇਹਨਾਂ ਨੂੰ ਦਿਖਦਾ ਨਹੀਂ। ਉਹ ਕੀ ਲੱਗਦਾ ਵਾਕਈ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਲਈ ਆ ਜਾਂ ਵੇਖਣਾ ਨਹੀਂ ਚਾਹੁੰਦੇ ਇਹ? ਤੁਸੀਂ ਮਹਾਭਾਰਤ ਵੇਖੀ? ਮਹਾਭਾਰਤ ਦੇ ਵਿੱਚ ਧ੍ਰਿਤਰਾਸ਼ਟਰ ਦੀ ਜਿਹੜੀ ਜਨਾਨੀ ਸੀ, ਜਿਹੜੀ ਦੁਰਯੋਧਨ ਦੀ ਮਦਰ ਸੀ, ਉਹਦੀ ਅੱਖਾਂ ਤੇ ਪੱਟੀ ਸੀ। ਉਹਨੂੰ ਦੁਰਯੋਧਨ ਦੇ ਸਾਰੇ ਕੰਮ ਬਾਰੇ ਪਤਾ ਸੀ ਵੀ ਇਹ ਕੀ ਕਰਦਾ ਹੈ, ਲੇਕਿਨ ਅੱਖਾਂ ਤੇ ਪੱਟੀ ਬੰਨੀ ਹੋਈ ਸੀ, ਇਸ ਕਰਕੇ ਉਹ ਕਹਿੰਦੀ ਸੀ ਮੈਨੂੰ ਕੁਝ ਨਹੀਂ ਦਿਸ ਰਿਹਾ। ਸਰਕਾਰ ਦੀ ਕਾਰਗੁਜ਼ਾਰੀ ਕੀ ਹੈ, ਸਰਕਾਰ ਨੇ ਕੀ ਕੀਤਾ ਹੈ, ਸਾਡੀ ਲੋਕਲ ਵਿਧਾਇਕਾ ਸਾਹਿਬ ਨੇ ਕੀ ਕੀਤਾ, ਸਾਡੇ ਐਕਸ MLA ਸਾਹਿਬ ਨੇ ਕੀ ਕੀਤਾ, ਉਹਨਾਂ ਨੂੰ ਆਪ ਨੂੰ ਵੀ ਪਤਾ ਹੈ। ਉਹਨਾਂ ਨੂੰ ਆਪ ਨੂੰ ਵੀ ਪਤਾ ਹੈ। ਤੁਸੀਂ ਇੱਕ ਚੀਜ਼ ਦੇਖੋ, 2020 ਦਾ ਇਲੈਕਸ਼ਨ ਜਦੋਂ ਦਿੱਲੀ ਸਰਕਾਰ, ਸਾਡੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਜਦੋਂ ਦਿੱਲੀ 'ਚ ਇਲੈਕਸ਼ਨ ਲੜੇ, ਹਜ਼ਾਰਾਂ ਕੈਮਰਿਆਂ ਦੇ ਸਾਹਮਣੇ, ਹਜ਼ਾਰਾਂ ਲੋਕਾਂ ਦੇ ਸਾਹਮਣੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਜੇ ਕੰਮ ਕੀਤਾ ਤਾਂ ਵੋਟ ਦੇ ਦਿਆ ਜਾਏ। ਬਿਲਕੁਲ। ਮੈਂ ਚੈਲੰਜ ਕਰਦਾ ਤੁਹਾਡੇ ਚੈਨਲ ਰਾਹੀਂ, ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਇੱਕ ਵੀ MLA ਸਾਹਿਬ ਜਾਂ ਮਿਨਿਸਟਰ ਸਾਹਿਬ ਇਹ ਜਨਤਕ ਤੌਰ ਤੇ ਪਬਲਿਕਲੀ ਇੱਕ ਗੱਲ ਕਹਿ ਦੇਣ ਕਿ ਜੇ ਵਿਕਾਸ ਕੀਤਾ ਤਾਂ ਸਾਨੂੰ ਵੋਟ ਦੇ ਦਿਓ। ਕਿਸੇ 'ਚ ਜ਼ਰੂਰਤ ਨਹੀਂ ਹੈਗੀ। ਬਿਲਕੁਲ। ਜੇ ਕੀਤਾ ਹੋਊਗਾ ਤਾਂ ਕੈਮਰੇ ਤੇ ਆ ਕੇ ਬੋਲੀਆਂ ਜਾਣਗੀਆਂ ਗੱਲਾਂ, ਜਾਂ ਲੋਕਾਂ ਸਾਹਮਣੇ ਬੋਲੀਆਂ ਜਾਣਗੀਆਂ। ਇੱਕ ਚਰਚਾ ਬਹੁਤ ਛਿੜੀ ਹੋਈ ਆ, ਕੱਲ ਪਰਸੋਂ ਦੀ ਇੱਕ ਨਿਊਜ਼ ਪਬਲਿਸ਼ ਹੋਈ ਆ, ਉਹਦੇ 'ਚ ਕਹਿੰਦੇ ਆ ਵੀ ਇਹਨਾਂ ਨੇ ਤਾਂ ਸ਼ਾਇਦ ਕੇਜਰੀਵਾਲ ਦੀਆਂ ਸਕੀਮਾਂ ਨੂੰ ਵੀ ਫੇਲ ਕਰਤਾ ਕੈਪਟਨ ਅਮਰਿੰਦਰ ਸਿੰਘ ਨੇ। ਬਿੱਲ ਦੀ ਗੱਲ ਚੱਲਦੀ ਆ, ਮੌਜੂਦਾ ਵਿਧਾਇਕਾਂ ਦੇ AC ਦੇਖੇ ਆ, ਲੋਕ ਦੱਸਦੇ ਆ, ਮੈਂ ਤਾਂ ਕਦੇ ਦੇਖੇ ਨਹੀਂ ਉਹਨਾਂ ਦੇ ਦਫ਼ਤਰ 'ਚ। ਕਹਿੰਦੇ AC ਵੀ ਲੱਗੇ ਆ, ਪੱਖੇ ਵੀ ਲੱਗੇ ਆ, ਲੋਕ ਵੀ ਸਾਰਾ ਦਿਨ ਆਉਂਦੇ ਜਾਂਦੇ ਰਹਿੰਦੇ, ਕਾਫੀ ਵੱਡੀ ਕੋਠੀ ਆ ਜਿੱਥੇ ਰਹਿੰਦੇ ਆ, ਪਰ ਕਹਿੰਦੇ ਯੂਨਿਟਾਂ ਨਹੀਂ ਮੱਚਦੀਆਂ। ਕੀ ਲੱਗਦਾ ਇਹ ਚਸ਼ਮਾ ਕਿਤੇ ਉੱਧਰ ਵੀ ਤਾਂ ਨਹੀਂ ਦੇਤਾ ਬਿਜਲੀ ਬੋਰਡ ਦਫ਼ਤਰ 'ਚ ਵੀ? ਤੁਸੀਂ ਸਵਾਲ ਬਹੁਤ ਵਧੀਆ ਕੀਤਾ। ਅਰਵਿੰਦ ਕੇਜਰੀਵਾਲ ਜੀ ਨੇ ਤਾਂ 300 ਯੂਨਿਟ ਘਰੇਲੂ ਬਿਜਲੀ ਦੀ ਮਾਫ ਕੀਤੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਵੀ ਇਹ ਅਰਵਿੰਦ ਕੇਜਰੀਵਾਲ ਦੀ ਬਿਜਲੀ ਯੋਜਨਾ ਇੱਕ ਸਰਕਾਰ ਨੂੰ ਵੀ ਖਤਮ ਕਰੇਗੀ, ਕਾਂਗਰਸ ਨੂੰ ਵੀ ਖਤਮ ਕਰੇਗੀ, ਔਰ ਵਿਰੋਧੀ ਪਾਰਟੀ ਵੀ ਇੱਥੇ ਰਹਿਣ ਨਹੀਂ ਦੇਣੀ। ਸੋ ਅਰਵਿੰਦ ਕੇਜਰੀਵਾਲ ਜੀ ਦੇ ਉਹ ਬਿਜਲੀ ਪਲੈਨਿੰਗ ਤੋਂ 2 ਕਦਮ ਅੱਗੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਸਾਹਿਬ ਨੂੰ ਹੀ ਫੇਲ ਕਰਤਾ। ਅੱਛਾ, ਉਹ ਕਿਵੇਂ? ਕੈਪਟਨ, ਕਿਉਂਕਿ ਕੇਜਰੀਵਾਲ ਸਾਹਿਬ ਨੇ ਤਾਂ ਲੋਕਾਂ ਦੇ ਆਮ ਘਰਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ। ਦਿੱਲੀ 'ਚ ਰਾਊਂਡ ਅਬਾਊਟ ਕੋਈ 85% ਬਿਜਲੀ ਦੇ ਘਰ ਜਿਨ੍ਹਾਂ ਦੇ ਲੋਕਾਂ ਦੇ ਬਿੱਲ ਨੇ ਘਰਾਂ ਦੇ, ਉਹ ਜ਼ੀਰੋ ਨੇ। ਕੈਪਟਨ ਅਮਰਿੰਦਰ ਸਿੰਘ ਤਾਂ ਅਰਵਿੰਦ ਕੇਜਰੀਵਾਲ ਤੋਂ ਵੀ 2 ਸਟੈਪ ਅੱਗੇ ਚਲੇ ਗਏ। ਉਹ ਸਟੈਪ ਇਸ ਕਰਕੇ ਚਲੇ ਗਏ, ਉਹ ਕਹਿੰਦੇ ਵੀ ਕਿ ਆਮ ਘਰਾਂ ਦੇ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਕਰਨਾ ਆਹ ਕਿੱਡਾ ਵੱਡਾ ਤੀਰ ਹੈ, ਇਹ ਤਾਂ ਕੋਈ ਵੀ ਕਰ ਸਕਦਾ। ਮੈਂ ਵੇਖੋ, ਉਹਨਾਂ ਨੇ ਤਾਂ ਆਪਦੇ ਲੋਕਲ MLA ਦੇ ਘਰ ਦਾ ਹੀ ਬਿੱਲ ਜ਼ੀਰੋ ਕਰਕੇ ਦਿਖਾ ਦਿੱਤਾ। ਇਹ ਤਾਂ ਹੋਰ ਬੜੇ ਹਜੇ ਨਿਕਲਣਗੇ, ਹੋ ਸਕਦਾ ਸਾਰੇ MLA ਦੇ ਮਾਫ ਹੋਣ। ਮੈਂ ਤੁਹਾਨੂੰ ਹੁਣ ਇੱਕ ਛੋਟੀ ਜਿਹੀ ਹੋਰ ਜਾਣਕਾਰੀ ਦੇਣਾ ਚਾਹੁੰਦਾ। ਮੈਂ ਜਿਸ ਕਲੋਨੀ ਦੇ ਵਿੱਚ ਰਹਿੰਦਾ, ਸਾਡੀ MLA ਸਾਹਿਬ ਦਾ ਘਰ ਮੇਰੇ ਘਰ ਤੋਂ ਪਿਛਲੇ ਪਾਸੇ ਕੋਈ 30-40 ਫੁੱਟ ਦੂਰੀ ਦਾ ਹੀ ਹੋਣਾ। 30-40 ਫੁੱਟ ਨਹੀਂ ਤਾਂ ਬਸ ਮੇਰੀ, ਮੈਂ ਕਲੋਨੀ ਦੇ ਅੰਦਰ ਬੈਠਾ, ਉਹ ਸਾਡੇ ਪਿੱਛੇ ਬੈਠਾ, ਔਰ ਤਕਰੀਬਨ ਸੈਰ ਕਰਦੇ ਕਰਦੇ ਮੈਂ ਵੀ ਕਿਤੇ ਉਸ ਏਰੀਆ 'ਚੋਂ ਨਿਕਲ ਜਾਂਦਾ ਤਾਂ 3-4 AC ਤਾਂ ਮੈਂ ਵੀ ਵੇਖੇ। ਮਤਲਬ ਇਹ ਹੋ ਸਕਦਾ ਕੋਈ ਟੈਕਨੀਕ ਨਵੀਂ ਆ ਗਈ ਹੋਵੇ ਵੀ ਕਾਂਗਰਸ ਕੋਲ ਹੀ ਹੋਵੇ ਵੀ ਉਹ AC ਲਾਓ ਯੂਨਿਟਾਂ ਮੱਚਦੀਆਂ ਹੀ ਨਹੀਂ, ਹੋ ਸਕਦਾ ਟੈਕਨੀਕ ਹੋਵੇ ਕੋਈ? ਨਹੀਂ, ਇੱਦਾਂ ਹੀ ਦੇਖੋ, ਹੋ ਸਕਦਾ ਕਿ ਉਹਨਾਂ ਦੇ ਕੋਲ ਕੋਈ ਇੱਦਾਂ ਦਾ ਸਿਸਟਮ ਹੋਵੇ ਕਿ ਜਿਹੜਾ ਉਹ AC ਦਾ ਲੋਡ ਹੈ ਜਾਂ ਕੋਈ ਹੋਰ ਅਦਰ ਲੋਡ ਹੈ, ਉਹ ਜਿਹੜਾ ਮੀਟਰ ਉਹਨਾਂ ਦੇ ਲੱਗਿਆ, ਉਹ ਮੀਟਰ ਦੇ ਉੱਤੇ ਵੀ ਸ਼ਾਇਦ ਹੋ ਸਕਦਾ ਕੋਈ ਚਸ਼ਮਾ ਇਦਾਂ ਦਾ ਲੱਗਿਆ ਹੋਵੇ ਕਿ ਜਿਹੜੇ ਤੋਂ ਯੂਨਿਟਾਂ ਹੀ ਨਾ ਦਿਸਦੀਆਂ ਨੇ। ਨਹੀਂ, ਹੋ ਸਕਦਾ ਐਤਕੀ ਵੋਟਾਂ ਦੇ ਵਿੱਚ ਇਹ ਅਨਾਉਂਸ ਕੀਤਾ ਜਾਵੇ ਵੀ ਅਸੀਂ ਮੀਟਰ ਵੰਡਾਂਗੇ ਤੁਹਾਨੂੰ,
ਜਿਹਦੇ ਤੇ ਯੂਨਿਟਾਂ ਹੀ ਨਹੀਂ ਮੱਚਣਗੀਆਂ। ਹੋ ਸਕਦਾ ਕੇਜਰੀਵਾਲ ਨੇ ਤਾਂ 300 ਯੂਨਿਟ ਕਹੀ ਆ, ਕਾਂਗਰਸ ਸਰਕਾਰ ਵੋਟਾਂ ਵੇਲੇ ਇਹ ਗੱਲ ਕਹਦੇ ਅਸੀਂ ਤੁਹਾਨੂੰ ਮੀਟਰ ਹੀ ਉਹ ਦਿਆਂਗੇ ਜਾਂ ਚਸ਼ਮੇ ਹੀ ਉਹ ਦਿਆਂਗੇ ਕਿ ਤੁਸੀਂ ਦੇਖੋ ਜੀ ਜਿੰਨਾ ਮਰਜ਼ੀ ਏਸੀ ਚਲਾਓ, ਜਿੰਨੇ ਮਰਜ਼ੀ ਪੱਖੇ ਚਲਾਓ, ਬਿੱਲ ਹੀ ਨਹੀਂ ਆਉਣਾ। ਵੈਸੇ ਮੈਂ ਤੁਹਾਡੇ ਨਾਲ ਇੱਕ ਗੱਲ ਨੂੰ, ਇਸ ਗੱਲ ਨੂੰ ਸਪੋਰਟ ਕਰਦਾ। ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਹਰ ਪਲੈਨਿੰਗ ਨੂੰ ਫੇਲ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਜਦੋਂ 29 ਜੂਨ ਨੂੰ ਅਰਵਿੰਦ ਸਰ ਚੰਡੀਗੜ੍ਹ ਆਏ, ਉਹਨਾਂ ਨੇ 300 ਯੂਨਿਟ ਮਾਫ ਕਰਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਮਾਫ ਤਾਂ ਤੁਸੀਂ ਤਾਂ ਕਰੋਗੇ ਨਾ ਜੇ ਲੋਕਾਂ ਦਾ ਬਿੱਲ ਆਊਗਾ। ਉਹਨੇ ਬਿੱਲ ਲੋਕਾਂ ਦਾ ਆਵੇ ਹੀ ਨਾ, ਇਸ ਕਰਕੇ ਉਹਨਾਂ ਨੇ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੜਾ ਵੱਡਾ ਕੰਮ ਕੀਤਾ। ਬਿਜਲੀ ਦੇ ਕੱਟ ਹੀ ਇਹਨੇ ਵਧਾਤੇ ਵੀ ਜੇ ਬਿਜਲੀ ਦਿਆਂਗਾ ਤਾਂ ਇਹਨਾਂ ਦਾ ਘਰ, ਇਹਨਾਂ ਦੇ ਮੀਟਰ ਚੱਲਣਗੇ। ਜੇ ਚੱਲਣਗੇ ਤਾਂ ਯੂਨਿਟਾਂ ਆਉਣਗੀਆਂ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਮੇਰੀਆਂ ਇੰਨੀਆਂ ਮੱਚ ਗਈਆਂ। ਉਹਨੇ ਬਿੱਲ ਹੀ ਦੇਣੇ, ਉਹਨੇ ਬਿਜਲੀ ਬੰਦ ਕਰਤੀ। ਤੁਸੀਂ ਇੱਕ ਚੀਜ਼ ਦੇਖੋ ਕਿ ਜ਼ਿਮੀਂਦਾਰਾਂ ਨੂੰ ਝੋਨੇ ਦੇ ਹੁਣ ਚੱਲਦਾ ਪਿਆ, ਸੀਜ਼ਨ ਚੱਲਦਾ ਪਿਆ, ਸਭ ਤੋਂ ਜ਼ਿਆਦਾ ਲੋੜ ਬਿਜਲੀ ਦੀ ਹੈ ਕਿਉਂਕਿ ਮੋਟਰਾਂ ਚੱਲਦੀਆਂ ਨੇ। ਔਰ ਐਤਕੀ ਜੋ ਜ਼ਿਮੀਂਦਾਰਾਂ ਨੂੰ ਦਿੱਕਤਾਂ ਆਈਆਂ ਨੇ, ਮੁਸ਼ਕਲਾਂ ਆਈਆਂ ਨੇ, ਅਸੀਂ ਉਹਦਾ ਮੁਲਾਂਕਣ ਨਹੀਂ ਕਰ ਸਕਦੇ। ਬਿਲਕੁਲ। ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਸੀਐਮ ਸਾਹਿਬ ਦੀ ਕੋਠੀ ਦਾ ਘਿਰਾਵ ਕਰਨ ਗਏ ਨੇ, ਸਰਦਾਰ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ, ਮੈਂ ਆਪ ਵੀ ਗਿਆ ਸੀ ਉੱਥੇ। ਬਹੁਤ ਸਾਡੇ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਕਰੀਬ ਕੋਈ 500-550 ਸਾਡੇ ਵਰਕਰ ਗਏ ਸੀਗੇ। ਔਰ ਜਿਸ ਦਿਨ ਉੱਥੇ ਸੀਐਮ ਸਾਹਿਬ ਦੀ ਕੋਠੀ ਦਾ ਘਿਰਾਵ ਕੀਤਾ, ਉਸ ਤੋਂ ਵੈਰੀ ਨੈਕਸਟ ਡੇ ਕੈਪਟਨ ਅਮਰਿੰਦਰ ਸਿੰਘ ਸਟੇਟਮੈਂਟ ਦਿੰਦੇ ਨੇ ਕਿ ਅਸੀਂ ਬਿਜਲੀ ਸਮਝੌਤਿਆਂ ਦੀ ਸਮੀਖਿਆ ਕਰਾਂਗੇ। ਇਹ ਬਿਜਲੀ ਸਮਝੌਤਿਆਂ ਦੀ ਜਿਹੜੀ ਸਮੀਖਿਆ ਹੈ, ਇਹ ਸਿਰਫ ਇੱਕ ਲਾਲੀਪੌਪ ਹੈ ਤਾਂ ਕਿ ਵਿਰੋਧੀ ਟਿਕ ਜਾਣਗੇ, ਪਰ ਅਸੀਂ ਟਿਕਣ ਵਾਲੇ ਹਾਂ ਨਹੀਂ। ਅਸੀਂ ਤਾਂ ਜਦੋਂ ਤੱਕ ਇਹ ਬਿਜਲੀ ਸਮਝੌਤੇ ਰੱਦ ਨਹੀਂ ਹੋਣਗੇ, ਅਸੀਂ ਤਾਂ ਇਹਨਾਂ ਦੀ ਜਿਹੜੇ ਹੈਗੇ ਨੱਕ 'ਚ ਦਮ ਕਰਕੇ ਰੱਖਾਂਗੇ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਏਗੀ, ਇਹ ਜਿਹੜੇ ਬਿਜਲੀ ਸਮਝੌਤੇ ਜਿਹੜੇ ਅਕਾਲੀ ਬੀਜੇਪੀ ਕਰਕੇ ਗਏ ਨੇ, ਇਹਨਾਂ ਨੂੰ ਰੱਦ ਕਰਾਵਾਂਗੇ। ਉਹਨਾਂ ਦਿਨਾਂ 'ਚ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਹ ਗੱਲ ਕਹੀ, ਉਹਨਾਂ ਦਿਨਾਂ 'ਚ ਇੱਕ ਕੇਜਰੀਵਾਲ ਦਾ ਨਕਲਚੀਆ ਬਣਾ ਕੇ ਬਠਿੰਡਾ ਦੇ ਵਿੱਚ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਲੋਲੀਪੌਪ ਵੰਡ ਰਿਹਾ ਸੀ। ਉਹ ਤਾਂ ਲੋਲੀਪੌਪ ਵੰਡਣਾ ਤੁਹਾਨੂੰ ਕਹਿ ਰਿਹਾ ਕਿ ਤੁਹਾਡੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਲੋਲੀਪੌਪ ਵੰਡ ਕੇ ਗਏ ਨੇ ਪੰਜਾਬ ਦੇ ਵਿੱਚ। ਦੇਖੋ, ਅਸੀਂ ਲੋਲੀਪੌਪ ਵੰਡਿਆ ਕਿ ਵਾਕਈ ਗਾਰੰਟੀ ਦਿੱਤੀ ਹੈ ਤੁਹਾਡੇ ਕੋਲ ਵੈਰੀਫਿਕੇਸ਼ਨ ਕਰਨ ਵਾਸਤੇ, ਤੁਹਾਡੇ ਕੋਲ ਇਸ ਗੱਲ ਦੀ ਘੋਗ ਪੜਤਾਲ ਕਰਨ ਵਾਸਤੇ ਬੈਸਟ ਆਪਸ਼ਨ ਔਰ ਲਾਈਵ ਓਪਰਚੁਨਿਟੀ ਹੈ ਕਿ ਤੁਸੀਂ ਦਿੱਲੀ ਜਾ ਕੇ ਚੈੱਕ ਕਰ ਸਕਦੇ ਹੋ। ਜੋ ਡੈਕਲੇਰੇਸ਼ਨ ਅਰਵਿੰਦ ਸਰ ਨੇ ਇੱਥੇ ਕੀਤੀਆਂ ਨੇ, ਉਹੀ ਡੈਕਲੇਰੇਸ਼ਨ ਦਿੱਲੀ 'ਚ ਕੀਤੀ ਹੈ। ਦਿੱਲੀ ਦੇ ਲੋਕਾਂ ਨੂੰ ਉਹ ਚੀਜ਼ਾਂ ਮਿਲ ਰਹੀਆਂ। ਕਹਿੰਦੇ ਦਿੱਲੀ ਮਾਡਲ ਤਾਂ ਇੱਥੇ ਚੱਲ ਹੀ ਨਹੀਂ ਸਕਦਾ, ਉਹ ਤਾਂ ਫੇਲ ਹੋ ਜਾਊਗਾ ਆਉਂਦੇ ਹੀ। ਜੋ ਦਿੱਲੀ ਮਾਡਲ ਇੱਥੇ ਇੰਪਲੀਮੈਂਟ ਕਰਤਾ, ਉਹ ਕਿਉਂ ਨਹੀਂ ਹੋ ਸਕਦਾ? ਲੋਕ ਕਹਿ ਰਹੇ ਨੇ ਇਹਨਾਂ ਗੱਲਾਂ। ਨੀਅਤ ਹੋਣੀ ਚਾਹੀਦੀ ਹੈ। ਮਾਡਲ ਚੱਲੂਗਾ ਵੀ ਔਰ ਇੱਥੋਂ ਦੇ ਲੋਕਾਂ ਨੂੰ ਉਹਦਾ ਫਾਇਦਾ ਵੀ ਮਿਲੂਗਾ ਕਿਉਂਕਿ ਇਹ ਲੋਕ ਨਹੀਂ ਕਹਿ ਰਹੇ, ਇਹ ਵਿਰੋਧੀ ਪਾਰਟੀਆਂ ਦੀ ਬੇਚੈਨੀ ਸ਼ਬਦਾਂ ਰਾਹੀਂ ਬਾਹਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਅਰਵਿੰਦ ਕੇਜਰੀਵਾਲ ਨੇ ਜੇ ਕਹਿਤਾ ਤਾਂ ਕਰਕੇ ਵੀ ਵਿਖਾਏਗਾ। ਲੇਕਿਨ ਉਹ ਸਿਰਫ ਔਰ ਸਿਰਫ ਗੁੰਮਰਾਹ ਕਰ ਰਿਹਾ ਹੈ। ਜਿਸ ਦਿਨ ਤੋਂ ਇਹ ਡੈਕਲੇਰੇਸ਼ਨ ਹੋਈ ਹੈ, ਸਭ ਤੋਂ ਪਹਿਲਾਂ ਮਜੀਠੀਆ ਸਾਹਿਬ ਨੇ ਪ੍ਰੈਸ ਇੰਟਰਵਿਊ ਕੀਤੀ, ਉਸ ਤੋਂ ਬਾਅਦ ਇਹ ਸਾਰੇ ਜਣੇ ਸ਼ੁਰੂ ਹੋ ਗਏ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਰਵਿੰਦ ਇਹ ਕਰ ਸਕਦਾ ਹੈ ਔਰ ਇਹ ਚੀਜ਼ ਹੋਵੇਗੀ। ਅਸੀਂ ਤਾਂ ਪਹਿਲੀ ਗਰੰਟੀ ਦਿੱਤੀ ਹੈ। ਜੇ ਸਰਕਾਰ, ਤੁਹਾਡਾ ਕੀ ਲੱਗਦਾ ਕਿ ਸਾਡੀ ਇਸ ਪਹਿਲੀ ਗਰੰਟੀ ਨੂੰ ਸਿਰਫ ਔਰ ਸਿਰਫ ਲੋਕ ਉਡੀਕ ਰਹੇ ਨੇ? ਨਹੀਂ, ਲੋਕਾਂ ਤੋਂ ਜ਼ਿਆਦਾ ਤਾਂ ਇਹ ਸਾਡੀ ਵਿਰੋਧੀ ਪਾਰਟੀਆਂ ਉਡੀਕ ਰਹੀਆਂ ਨੇ ਵੀ ਜੇ ਸਰਕਾਰ ਦੇ ਵਿੱਚ ਆਉਂਦੇ ਨੇ ਤੇ ਅਸੀਂ ਮਹੀਨੇ ਦੇ ਅੰਦਰ ਅੰਦਰ ਜੇ ਇਹਨਾਂ ਨੇ ਨਾ ਕੀਤੀ ਤੇ ਅਸੀਂ ਇਹਨਾਂ ਤੇ ਅਟੈਕ ਕਰਾਂਗੇ। ਬਿਲਕੁਲ। ਮੌਜੂਦਾ ਵਿਧਾਇਕ ਨੇ, ਉਹਨਾਂ ਦੇ ਪਤੀ ਦੇਵ ਨੇ, ਉਹਨਾਂ ਨਾਲ ਬਹੁਤ ਲੋਕ ਜੁੜੇ ਨੇ ਕਿਉਂਕਿ ਵੋਟਾਂ ਪਈਆਂ ਨੇ, ਉਹਨਾਂ ਦੀ ਸਰਕਾਰ ਬਣੀ, ਉਹ ਐਮਐਲਏ ਬਣੇ ਨੇ। ਲੇਕਿਨ 4.5 ਸਾਲਾਂ ਬਾਅਦ ਅਸੀਂ ਕੀ ਦੇਖਦੇ ਹਾਂ, ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਦੇਖਿਆ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ, ਇੱਕ ਸਾਈਕਲ ਰੈਲੀ ਕੱਢੀ ਗਈ ਆ। ਸਾਈਕਲ ਰੈਲੀ ਦੇ ਵਿੱਚ ਇੰਨਾ ਕੁ ਜ਼ਿਆਦਾ ਇਕੱਠ ਸੀਗਾ ਕਿ ਸਾਈਕਲ ਜਦੋਂ ਅਸੀਂ ਦੇਖਣੇ ਸ਼ੁਰੂ ਕੀਤੇ ਤਾਂ ਉਹ ਗਿਣੇ ਨਹੀਂ ਗਏ ਕਿਉਂਕਿ ਬਹੁਤ ਵਾਰ ਸਾਨੂੰ ਗਿਣਨੇ ਪਏ, ਬਾਰ-ਬਾਰ ਕੈਮਰੇ 'ਚੋਂ ਉਹ ਵੀਡੀਓ ਨੂੰ, ਫੋਟੋਆਂ ਨੂੰ ਜ਼ੂਮ ਕਰ ਕਰਕੇ ਦੇਖਣਾ ਪਿਆ। ਯਾਨੀ ਕਿ ਉਹ ਸਾਈਕਲ 3 ਸੀ। ਹਾਂਜੀ, ਇੱਕ ਤੇ ਜਸਮੇਲ ਸਿੰਘ ਲਾਡੀ ਗੈਰੀ ਜੀ ਸੀ, ਮੌਜੂਦਾ ਵਿਧਾਇਕਾ ਦੇ ਪਤੀ ਦੇਵ ਜੀ, ਨਾਲ ਮਨੀ ਗੈਰੀ ਸੀ ਉਹਨਾਂ ਦਾ ਭਤੀਜਾ, ਤੇ ਇੱਕ ਪਰਸਨ ਹੋਰ ਸੀ। ਉਹ ਫਿਰੋਜ਼ਪੁਰ ਤੋਂ ਰੈਲੀ ਸ਼ੁਰੂ ਕਰਦੇ ਆ ਤੇ ਬਜੀਤਪੁਰ ਸਾਹਿਬ ਉਹ ਰੈਲੀ ਨੂੰ ਉਹਦਾ ਐਂਡ ਕਰਦੇ ਆ। ਕੋਈ ਮੈਸੇਜ ਸੀ ਉਹਨਾਂ ਦਾ? ਕੀ ਲੱਗਦਾ 3 ਸਾਈਕਲ ਦਾ ਰਹਿ ਜਾਣਾ ਕੀ ਇਹ ਸੰਕੇਤ ਆ ਕਿ ਆਉਣ ਵਾਲੇ ਸਮੇਂ ਦਾ ਲੋਕਾਂ ਵੱਲੋਂ? ਦੇਖੋ, ਤੁਸੀਂ ਗੱਲ ਛੇੜੀ ਸੀ ਵਿਕਾਸ ਦੀ। ਲੋਕਲ ਐਮਐਲਏ ਸਾਹਿਬ, ਇਲੈਕਸ਼ਨ ਦੇ ਵਿੱਚ ਰਹਿ ਗਿਆ 6 ਮਹੀਨੇ। ਤੁਸੀਂ, ਤੁਹਾਡੇ ਮੂੰਹੋਂ ਵਰਡਿੰਗ ਹੈ ਕਿ ਆਮ ਆਦਮੀ ਪਾਰਟੀ ਦੇ ਅਸੀਂ 4 ਕੈਂਡੀਡੇਟ
ਅਸੀਂ ਲੋਕਾਂ 'ਚ ਵਿਚਰ ਰਹੇ ਹਾਂ, ਅਸੀਂ ਮੀਟਿੰਗਾਂ ਕਰ ਰਹੇ ਹਾਂ, ਬਿਲਕੁਲ ਅਸੀਂ ਪੋਸਟਰ ਵਾਰ ਤੇ ਜਾ ਰਹੇ ਹਾਂ ਤੁਹਾਡੇ, ਬਿਲकुल ਅਸੀਂ ਪੋਸਟਰ ਵੀ ਲਵਾ ਰਹੇ ਹਾਂ ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੇ ਜਿਹੜੀਆਂ ਘਰ ਅਸੀਂ ਮੀਟਿੰਗਾਂ ਕਰ ਰਹੇ ਹਾਂ, ਪਾਰਟੀ ਦੀਆਂ ਜੋ ਵੀ ਨੀਤੀਆਂ ਨੇ ਅਸੀਂ ਲੈ ਕੇ ਜਾ ਰਹੇ ਹਾਂ। ਤੁਸੀਂ ਇੱਕ ਚੀਜ਼ ਨੋਟ ਕਰੋ, ਆਫੀਸ਼ੀਅਲ ਟੂਰ ਇਨ ਦਾ ਸੈਂਸ ਵੀ ਮੰਨ ਲਓ ਕਿਸੇ ਸਰਪੰਚ ਨੂੰ ਕੋਈ ਗ੍ਰਾਂਟ ਦੇਣੀ ਹੈ, ਉਸ ਤੋਂ ਇਲਾਵਾ ਲੋਕਲ ਐਮਐਲਏ ਸਾਹਿਬ ਜਾਂ ਇਹਨਾਂ ਦੇ ਪਤੀ ਜੀ ਜਿਹੜੇ ਸਾਡੇ ਜਸਮੇਲ ਸਿੰਘ ਲਾਡੀ ਗੈਰੀ ਜੀ, ਉਹਨਾਂ ਦਾ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਮੁੱਦੇ ਨੂੰ ਲੈ ਕੇ ਜਾਂ ਡਿਵੈਲਪਮੈਂਟ ਪੱਖੋਂ ਦੱਸੋ ਕਿਹੜੇ ਪਿੰਡਾਂ 'ਚ ਗਏ ਨੇ। ਇਹਨਾਂ ਨੂੰ ਪਤਾ ਕਿ ਸਾਨੂੰ ਹੁਣ ਪਿੰਡਾਂ 'ਚ ਕਿਸੇ ਨੇ ਵੜਨ ਨਹੀਂ ਦੇਣਾ, ਇਹ ਸਿਰਫ ਬਹਾਨੇਬਾਜ਼ੀ ਲੱਭ ਰਹੇ ਨੇ ਤਾਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਵਿੱਚ ਕਿਸੇ ਵੀ ਡਰਾਮੇਬਾਜ਼ੀ ਕਰਕੇ ਅਸੀਂ ਲੋਕਾਂ ਦੇ ਸਾਹਮਣੇ ਆ ਸਕੀਏ, ਲੋਕਾਂ ਨੂੰ ਦਿਖਾ ਸਕੀਏ ਵੀ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਨੇ। ਪਰ ਲੋਕ ਤਾਂ ਸਮਝ ਚੁੱਕੇ ਆ ਮੈਨੂੰ ਲੱਗਦਾ ਹੁਣ। ਮੈਂ ਕਹਿੰਦਾ ਜੀ ਲੋਕ ਹੁਣ ਮਨ ਬਣਾਈ ਬੈਠੇ ਨੇ, ਤੁਸੀਂ ਸਮਝ ਦੀ ਗੱਲ ਕਰ ਰਹੇ ਲੋਕ ਡਿਸੀਜਨ ਲੈ ਚੁੱਕੇ ਨੇ। ਹਾਲਾਂਕਿ ਹਾਲੇ ਕੋਈ ਇਲੈਕਸ਼ਨ ਇਨਵਾਇਰਨਮੈਂਟ ਨਹੀਂ ਹੈਗਾ, ਹਾਲੇ ਕੋਈ ਇਲੈਕਸ਼ਨ ਡਿਕਲੇਅਰ ਨਹੀਂ ਹੋਇਆ, ਲੇਕਿਨ ਲੋਕ ਫੈਸਲਾ ਕਰ ਚੁੱਕੇ। ਕੁਝ ਹਿੰਟ ਦਿਓਗੇ ਕਿਹੋ ਜਿਹਾ ਫੈਸਲਾ ਕਰ ਚੁੱਕੇ ਨੇ, ਕਿਵੇਂ ਦਾ ਜਵਾਬ ਮਿਲੂਗਾ ਇਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਵਿਕਾਸ ਨਹੀਂ ਕੀਤਾ, ਬੜੇ ਹੀ ਨਹੀਂ ਪਿੰਡਾਂ 'ਚ ਉਦੋਂ ਬਾਅਦ ਜਦੋਂ ਬਣ ਗਏ? ਜਿਸ ਦਿਨ ਕਾਊਂਟਿੰਗ ਹੋਏਗੀ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਬਿਲਕੁਲ ਮੈਂ ਨਹੀਂ ਦੱਸੂਗਾ, ਇਹ ਰਿਜ਼ਲਟ ਦੱਸੂਗਾ। ਮੇਰਾ ਇੱਕ ਹੋਰ ਸਵਾਲ ਆ, ਮੋੜਾ ਸਿੰਘ ਅਣਜਾਣ ਦੀ ਅਸੀਂ ਇੰਟਰਵਿਊ ਕੀਤੀ, ਉਹਨਾਂ ਨਾਲ ਕਾਫੀ ਸਵਾਲ ਜਵਾਬ ਕੀਤੇ, ਤੁਸੀਂ ਪਾਰਟੀ ਨਾਲ ਖੜੇ ਹੋ ਜਾਂ ਨਹੀਂ ਖੜੇ ਹੋ। ਬਾਈ ਚਾਂਸ ਐਨ ਮੌਕੇ 'ਤੇ ਵੈਸੇ ਤੁਸੀਂ ਇਸ ਗੱਲ ਨੂੰ ਕਲੀਅਰ ਕਰ ਚੁੱਕੇ ਹੋ ਕਿ ਮੋੜਾ ਸਿੰਘ ਅਣਜਾਣ ਜਾਂ ਆਸ਼ੂ ਬੰਗੜ ਜਾਂ ਤੁਸੀਂ ਜਾਂ ਕੋਈ ਚੌਥੇ ਜਿਹੜੇ ਮੈਡਮ ਕਹਿ ਰਹੇ ਹੋ, ਅਗਰ ਆਸ਼ੂ ਬੰਗੜ ਨੂੰ ਟਿਕਟ ਮਿਲਦੀ ਆ ਜਾਂ ਮੋੜਾ ਸਿੰਘ ਅਣਜਾਣ ਨੂੰ ਟਿਕਟ ਮਿਲਦੀ ਆ, ਕੀ ਲੱਗਦਾ ਬਾਕੀ ਜਿਹੜੇ ਲੀਡਰ ਨੇ ਜਿਹੜੇ ਤੁਹਾਡੇ ਨਾਲ ਦੇ ਨੇ, ਤੁਸੀਂ ਕਮਿਟਮੈਂਟ ਦੇ ਚੁੱਕੇ ਹੋ ਕਿ ਉਹ ਬਾਕੀ ਵੀ ਇਹਨਾਂ ਦੇ ਨਾਲ ਖੜਨਗੇ ਜੋ ਜਾਂ ਉਹ ਆਪਦੇ ਝੰਡੇ ਬਦਲ ਲੈਣਗੇ? ਰਜਨੀਸ਼ ਦਈਆ ਦਾ ਇੱਕੋ ਹੀ ਝੰਡਾ ਹੈ, ਅਰਵਿੰਦ ਕੇਜਰੀਵਾਲ, ਔਰ ਸਾਡਾ ਇਲੈਕਸ਼ਨ ਸਿੰਬਲ ਹੈਗਾ ਝਾੜੂ। ਰਜਨੀਸ਼ ਦਈਆ ਨੇ 2017 ਦੇ ਵਿੱਚ ਵੀ ਝੰਡਾ ਫੜਿਆ ਸੀ, ਉਹ ਝੰਡਾ ਫੜ ਕੇ 2022 ਤੱਕ ਵੀ ਜਾਊਗਾ। ਟਿਕਟ ਨਹੀਂ ਮਿਲੇ ਤਾਂ ਉਹੀ ਝੰਡਾ ਫੜ ਕੇ ਅੱਗੇ ਵੀ ਜਾਊਗਾ। ਰਜਨੀਸ਼ ਦਈਆ ਆਮ ਆਦਮੀ ਪਾਰਟੀ ਦਾ ਨਾ ਤਾਂ ਝੰਡਾ ਬਦਲੇਗਾ, ਨਾ ਹੀ ਆਜ਼ਾਦ ਇਲੈਕਸ਼ਨ ਲੜੇਗਾ ਜੇ ਟਿਕਟ ਨਹੀਂ ਮਿਲਦੀ। ਟਿਕਟ ਕਿਸੇ ਨੂੰ ਵੀ ਮਿਲੇ ਤੁਸੀਂ ਉਹਨਾਂ ਨਾਲ ਸਹਿਮਤ ਰਹੋ? ਬਿਲਕੁਲ ਖੜਾਂਗਾ, ਬਿਲਕੁਲ ਖੜਾਂਗੇ। ਬਿਲਕੁਲ ਅਸੀਂ ਪਾਰਟੀ ਨਾਲ ਜੁੜੇ ਹਾਂ, ਸਾਡਾ ਨੈਸ਼ਨਲ ਹੀਰੋ ਅਰਵਿੰਦ ਕੇਜਰੀਵਾਲ ਹੈ, ਅਸੀਂ ਪਾਰਟੀ ਨੂੰ ਜਿਤਾਉਣਾ ਹੈ, ਅਸੀਂ ਕਿਸੇ ਪਾਰਟਿਕੂਲਰ ਬੰਦੇ ਨੂੰ ਨਹੀਂ ਜਿਤਾਉਣਾ, ਕਿਉਂਕਿ ਜੇ ਪਾਰਟੀ ਜਿੱਤੇਗੀ ਤਾਂ ਅਸੀਂ ਜਿੱਤਾਂਗੇ। ਅਸੀਂ ਪਾਰਟਿਕੂਲਰ ਬੰਦੇ ਦੇ ਨਾਲ ਨਹੀਂ, ਅਸੀਂ ਪਾਰਟੀ ਦੇ ਨਾਲ। ਔਰ ਪਾਰਟੀ, ਮੈਂ ਤਾਂ ਤੁਸੀਂ ਤਾਂ ਚਾਰਾਂ ਦੀ ਗੱਲ ਕੀਤੀ ਹੈ, ਜੇ ਪਾਰਟੀ ਸਾਡੇ, ਕਿਉਂਕਿ ਪਿੱਛੇ ਕੁਝ ਚਰਚਾ ਚੱਲੀ ਸੀ ਕਿ ਸਾਡੇ ਜਿਹੜੇ 20 ਐਮਐਲਏ ਸਾਹਿਬਾਨ ਨੇ, ਹੋ ਸਕਦਾ ਉਹਨਾਂ ਦਾ ਕਿਤੇ ਨਾ ਕਿਤੇ ਹਲਕਾ ਚੇਂਜ ਕਰਕੇ ਉਹਨਾਂ ਨੂੰ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਵੀ ਭੇਜਿਆ ਜਾ ਸਕਦਾ। ਪਾਰਟੀ ਜਿਹਨੂੰ ਵੀ ਭੇਜੇਗੀ, ਜੋ ਵੀ ਸਾਡੇ ਐਮਐਲਏ ਸਾਹਿਬਾਨ ਮੌਜੂਦਾ ਜਿਹੜੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਆ ਕੇ ਕੰਮ ਕਰਨਗੇ, ਅਸੀਂ ਦਿਲ ਖੋਲ੍ਹ ਕੇ ਉਹਨਾਂ ਦਾ ਸਵਾਗਤ ਕਰਾਂਗੇ ਔਰ ਉਹਨਾਂ ਦੇ ਨਾਲ ਚੱਲਾਂਗੇ। ਮੇਰਾ ਲਾਸਟ ਸਵਾਲ ਹੈ ਇੱਕ ਸ਼ਾਰਟ ਦੇ ਵਿੱਚ, ਜਿੰਨੇ ਤੁਸੀਂ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਹੋ, ਤੁਸੀਂ ਪਾਰਟੀ ਤਾਂ ਕਰ ਰਹੀ ਆ, ਤੁਸੀਂ ਪਿੰਡਾਂ ਜਾਂਦੇ ਹੋ, ਲੋਕਾਂ ਨਾਲ ਮਿਲਦੇ ਹੋ, ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈਂਦੇ ਹੋ, ਫੋਟੋਆਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਹੋ, ਜਿਹੜੀਆਂ ਤੁਸੀਂ ਅੱਜ ਗੱਲਾਂ ਲੋਕਾਂ ਦੇ ਨਾਲ ਕਰ ਰਹੇ ਹੋ, ਕੀ ਇਹ ਗੱਲਾਂ ਤੁਹਾਨੂੰ ਯਾਦ ਰਹਿਣਗੀਆਂ ਸਰਕਾਰ ਬਣਨ ਤੋਂ ਬਾਅਦ ਕਿ ਭੁੱਲ ਜਾਓਗੇ? ਦੇਖੋ ਜੀ, ਮੈਂ ਆਪਣੀ ਪਰਸਨਲੀ ਗੱਲ ਕਰਾਂ ਤਾਂ ਮੈਂ ਇੱਕ ਵਕੀਲ ਹਾਂ ਔਰ ਮੈਂ ਪਿਛਲੇ 20 ਸਾਲ ਤੋਂ ਵਕਾਲਤ ਦੇ ਵਿੱਚ ਹਾਂ, ਔਰ ਜਿਹੜੀਆਂ ਕਾਨੂੰਨ ਦੀਆਂ ਕਿਤਾਬਾਂ ਮੈਂ 20 ਸਾਲ ਪਹਿਲਾਂ ਪੜ੍ਹੀਆਂ ਸੀ ਉਹ ਮੈਨੂੰ ਅੱਜ ਵੀ ਯਾਦ ਹੈ। ਅਦਾਲਤ ਦੇ ਵਿੱਚ ਜਦੋਂ ਜਾ ਕੇ ਅਸੀਂ ਕੇਸ ਲੜਦੇ ਹਾਂ ਤੇ ਉਹ ਜਿਹੜੇ ਕਾਨੂੰਨ ਹੁੰਦੇ ਨੇ ਉਹ ਸਾਡੇ ਦਿਮਾਗ 'ਚ ਹੁੰਦੇ ਨੇ, ਜਦੋਂ ਅਸੀਂ ਉਹ ਨਹੀਂ ਭੁੱਲੇ ਤੇ ਇਹ ਵਾਅਦੇ ਤਾਂ ਛੋਟੀ ਜਿਹੀ ਗੱਲ ਹੈ। ਅਸੀਂ ਉਹੀ ਵਾਅਦਾ ਕਰਾਂਗੇ ਜੋ ਵਾਅਦਾ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ, ਕਿਉਂਕਿ ਜੋ ਵਾਅਦਾ ਔਰ ਜੋ ਗਾਰੰਟੀ ਪਾਰਟੀ ਲੀਡਰਸ਼ਿਪ ਸਾਨੂੰ ਭੇਜੇਗੀ, ਅਸੀਂ ਉਸੇ ਦਾ ਪ੍ਰਚਾਰ ਲੋਕਾਂ ਤੱਕ ਕਰਦੇ ਹਾਂ। ਅਸੀਂ ਆਪਦੇ ਪੱਧਰ ਤੇ ਇੰਡੀਵਿਜੂਅਲੀ ਕੋਈ ਵੀ ਇਦਾਂ ਦਾ ਪ੍ਰੋਮਿਸ ਪਬਲਿਕ ਨਾਲ ਨਹੀਂ ਕਰਦੇ ਜਿਹਨੂੰ ਅਸੀਂ ਪੂਰਾ ਨਾ ਕਰ ਸਕੀਏ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਐਡਵੋਕੇਟ ਰਜਨੀਸ਼ ਦਈਆ ਜੀ, ਜੋ ਆਮ ਆਦਮੀ ਪਾਰਟੀ ਤੋਂ ਦਾਅਵੇਦਾਰ ਨੇ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ 'ਤੇ। ਇਹਨਾਂ ਨਾਲ ਜੋ ਗੱਲਬਾਤ ਕੀਤੀ ਉਹ ਤੁਸੀਂ ਆਪ ਹੀ ਸੁਣ ਲਈ ਆ ਕਿ ਇਹਨਾਂ ਦੀ ਪਾਰਟੀ ਦੀ ਕੀ ਸੋਚ ਆ, ਇਹਨਾਂ ਦੀ ਕੀ ਸੋਚ ਆ। ਸ਼ਾਰਟ 'ਚ ਦੱਸੀਏ ਤਾਂ ਇਹਨਾਂ ਦਾ ਕਹਿਣਾ ਕਿ ਜਿਹੜੇ ਮਰਜ਼ੀ ਕੈਂਡੀਡੇਟ ਨੂੰ ਟਿਕਟ ਮਿਲੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਅਸੀਂ
ਕੈਂਡੀਡੇਟਾਂ ਨਾਲ ਨਹੀਂ, ਅਸੀਂ ਪਾਰਟੀ ਨਾਲ ਖੜੇ ਹਾਂ। ਪਾਰਟੀ ਜੋ ਵੀ ਹੁਕਮ ਲਾਉਂਦੀ ਆ ਅਸੀਂ ਸਾਡੇ ਉਸ ਸਿਰ ਮੱਥੇ ਰਹੇਗਾ। ਨਾਲ ਗੱਲ ਕੀਤੀ ਆ ਮੌਜੂਦਾ ਹਾਲਾਤਾਂ ਦੀ, ਜੋ ਪਿਛਲੇ 4.5 ਸਾਲਾਂ ਦੇ ਵਿੱਚ ਮੌਜੂਦਾ ਸਥਿਤੀ ਰਹੀ ਆ ਵਿਕਾਸ ਦੀ, ਉਹ ਨਾ ਮਾਤਰ ਜ਼ੀਰੋ ਦੇ ਬਰਾਬਰ ਰਹੀ ਆ, ਜੋ ਰਜਨੀਸ਼ ਦਹੀਆ ਜੀ ਨੇ ਵੀ ਕਿਹਾ। ਤੇ ਅਸੀਂ ਹੋਰ ਵੀ ਇੰਟਰਵਿਊਜ਼ ਦੇ ਵਿੱਚ ਲੋਕਾਂ ਦੇ ਜਿਹੜੇ ਆ ਲੀਡਰਾਂ ਦੇ ਜਿਹੜੇ ਆ ਉਹ ਵਿਊ ਜਾਣਦੇ ਰਹਿੰਦੇ ਆ ਤੇ ਅਸੀਂ ਤੁਹਾਡੇ ਤੱਕ ਪਹੁੰਚਾਉਣੇ ਆ। ਇਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੀ ਐਕਟੀਵਿਟੀ ਆ ਉਹ ਨਾ ਮਾਤਰ ਦੇ ਬਰਾਬਰ ਹੀ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਿੱਖੇ ਜਵਾਬ ਲੋਕ ਦੇਣਗੇ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਜਿਨ੍ਹਾਂ ਨੇ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਬਟੋਰੀਆਂ ਸੀ ਤੇ ਹੁਣ ਉਹ ਪਿੰਡਾਂ ਦੇ ਵਿੱਚ ਜਾਣਗੇ ਤਾਂ ਸ਼ਾਇਦ ਲੋਕ ਉਹਨਾਂ ਨੂੰ ਦੱਸਣਗੇ ਕਿ ਤੁਸੀਂ ਦੁਬਾਰਾ ਆਏ ਹੋ ਤੇ ਅਸੀਂ ਹੁਣ, ਉਦੋਂ ਤੁਹਾਡਾ ਟਾਈਮ ਸੀ, ਹੁਣ ਸਾਡਾ ਟਾਈਮ ਆ। ਬਾਕੀ ਵਾਅਦੇ ਹਰ ਕੋਈ ਕਰ ਰਿਹਾ, ਹਰ ਇੱਕ ਕੋਈ ਪਾਰਟੀ ਦਾ ਲੀਡਰ ਵਾਅਦੇ ਕਰ ਰਿਹਾ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿਸ ਦੀ ਸਰਕਾਰ ਬਣਦੀ ਆ, ਕੌਣ ਲੀਡਰ ਬਣਦਾ ਹੈ, ਕੌਣ ਐਮਐਲਏ ਬਣਦਾ ਹੈ ਤੇ ਕੌਣ ਵਿਕਾਸ ਦੇ ਵਾਅਦੇ ਕਰਨ ਤੋਂ ਬਾਅਦ ਮੁੱਕਰਦਾ ਹੈ ਤੇ ਕੌਣ ਕੁਰਸੀ ਤੋਂ ਬਾਅਦ ਉਹਨਾਂ ਲੋਕਾਂ ਨੂੰ ਭੁੱਲ ਜਾਏਗਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ ਦੀ ਲਾਈਵ ਰਿਪੋਰਟ।